मैं ताड़ी अपनी मेज़बान सोनिया शेख ते प्रोग्राम विच मेरे नाल मौजूद ने मेरे साथी एंकर अली उस्मान बाजवा। दोस्तों एक बारी फिर तानू सब नू प्रोग्राम विच वेलकम खुशामदीद जी आया नू नाले उम्मीद करनी है कि तुसी सारे जिथे भी होवोगे राजी होवोगे खुश होवोगे अपना बहुत ध्यान रखते होवोगे ते नाल अल्लाह दियां दित्तियां होईयां नेमतां दा शुक्र अदा करते होवोगे कि क्योंकि शुक्र ही वो वाहिद रस्ता है जिहदे नाल असी अल्लाह दियां नेमतां ते रहमतां ਵਧਾ ਸਕਨੇ ਆ। ਅੱਜ ਫਿਰ ਇੱਕ ਨਵੀਂ ਸ਼ਾਮ ਨਵੀਂ ਪਰੌਣਿਆਂ ਤੇ ਨਵੇਂ ਮਹਿਮਾਨਾਂ ਦੇ ਨਾਲ ਅਸੀਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅੱਜ ਸਾਡੇ ਪ੍ਰੋਗਰਾਮ ਵਿੱਚ ਬੜੇ ਸੋਹਣੀਆਂ ਹਸਤੀਆਂ ਇਨਵਾਈਟਡ ਹੋਣਗੀਆਂ, ਉਹਨਾਂ ਨਾਲ ਤੁਹਾਨੂੰ ਮਿਲਵਾਵਾਂਗੇ। ਉਸ ਤੋਂ ਪਹਿਲੇ ਮੈਂ ਤੁਹਾਨੂੰ ਕਹਿੰਦੀ ਚਲਾਂ ਕਿ ਗਰਮੀ ਆ ਗਈ ਹੈ, ਗਰਮੀ ਆਪਣੇ ਅਰੂਜ ਤੇ ਆ ਤੇ ਜਿੰਨਾ ਹੋ ਸਕੇ ਗਰਮੀ ਤੋਂ ਬਚੋ ਤੇ ਗਰਮੀ ਦੇ ਨਾਲ ਬੜੇ ਸੋਹਣੇ ਸੋਹਣੇ ਤੇ ਮਜ਼ੇ ਦੇ ਫਲ ਵੀ ਆ ਗਏ ਨੇ, ਉਹ ਖਾਓ ਤੇ ਫਿਰ ਰੱਬ ਦੀਆਂ ਨਿਆਮਤਾਂ ਦਾ ਸ਼ੁਕਰ ਅਦਾ ਕਰੋ। ਤੇ ਅੱਜ ਤੁਹਾਨੂੰ ਪ੍ਰੋਗਰਾਮ ਵਿੱਚ ਅਸੀਂ ਮਿਲਵਾਵਾਂਗੇ ਦੰਦਾਂ ਦੇ ਮਾਹਿਰ ਡੈਂਟਿਸਟ ਦੇ ਨਾਲ। ਇਹਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਮਾਹਿਰ ਤਾਲੀਮ ਦੇ ਨਾਲ, ਮਿਲਵਾਵਾਂਗੇ ਸੂਫੀ ਸਕਾਲਰ ਦੇ ਨਾਲ ਤੇ ਪਾਵਾਂਗੇ ਕਿਸੇ ਸੂਫੀ ਬਾਬੇ ਦੀ ਹਯਾਤੀ ਤੇ ਚਾਹਤ ਤੇ ਇਹਦੇ ਨਾਲ ਮਿਲਵਾਵਾਂਗੇ ਉਕਾੜਾ ਯੂਨੀਵਰਸਿਟੀ ਦੇ ਵੀਸੀ ਦੇ ਨਾਲ। ਲੇਕਿਨ ਪਹਿਲਾ ਸਾਡਾ ਮਹਿਮਾਨ ਕੌਣ ਹੈ ਇਹਦਾ ਤਾਰੁਫ ਕਰਾਂਗੇ ਬਾਜਵਾ। साढ़े स्टूडियो में इस वक्त मौजूद ने डॉक्टर इमरान ज़िया। अस्सलाम वालेकुम। वालेकुम अस्सलाम। कैसी तबीयत है जी तो? अल्लाह का शुक्र, तुसी सुनाओ सब। सो डॉक्टर साहब पहला तो सब तो ये दसो कि हाउ यू आर डीलिंग विद द हीट, गर्मी ना किवें तुसी लड़दे हो पे या किवें नूं इंजॉय करदे हो पे, क्योंकि हर किसी का मुख्तलिफ एक्सपीरियंस है। मैं चाह रहा कि तुहाडा जो लोगों तक जाएगा तो शायद उत्थों असीं कोई नवीं चीज़ सीख ली। दंदां दी गल असीं फिर करने। सर अल्लाह का शुक्र है भी इस तरह रखे अल्लाह ने भी गड्डी च भी एसी है, क्लिनिक ते भी एसी है, कार च भी है। लेकिन ਇਹਦੇ ਲਈ ਵੀ ਕਾਟਨ ਦੇ ਕੱਪੜੇ ਰੱਖੋ, ਹਲਕੇ ਰੰਗ ਪਾਓ, ਪਾਣੀ ਦਾ ਇਸਤੇਮਾਲ ਜ਼ਿਆਦਾ ਰੱਖੋ, ਨਮਕ ਔਰ ਲੀਮੂ ਇਹ ਆਪਣੀ ਰੋਜ਼ਾਨਾ ਦੀ ਡਰਿੰਕਸ ਵਿੱਚ ਸ਼ਾਮਿਲ ਰੱਖੋ ਤੇ ਕਾਫੀ ਹੱਦ ਤੱਕ ਤੁਸੀਂ ਇਸ ਮੌਸਮ ਤੋਂ ਇੱਕ ਮੁਕਾਬਲਾ ਕਰ ਸਕਦੇ ਹੋ। ਬਿਲਕੁਲ ਸਹੀ ਹੋ ਗਿਆ ਤੇ ਇਹ ਤੇ ਤੁਸੀਂ ਦੱਸ ਦਿੱਤਾ ਕਿ ਗਰਮੀ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਹੁਣ ਆਪਣੇ ਬਾਰੇ ਵਿੱਚ ਵੇਖਣ ਵਾਲਿਆਂ ਨੂੰ ਦੱਸਦੇ ਚਲੋ ਕਿੱਥੋਂ ਸ਼ੁਰੂਆਤ ਕੀਤੀ, ਅੱਜ कैसा महसूस होता है, हल्का जा इंट्रो अपना। बिल्कुल जी, मैं अज तो कोई 22-23 साल पहले मैं डेंटल सर्जरी का एग्ज़ाम पास किया निश्चित मैडिकल कॉलेज मुल्तान तो डेंटल हॉस्पिटल तो हाउस पूरा किया। फिर अपने कुछ टीचर के काम करके और पिछले 22 साल तो अपना क्लिनिक चला रहा। अलहमदुलिल्लाह बहुत अच्छा जा रहा है काम। डेंटल इम्पलांट्स वो लाने असी, मैं उस स्पैशलाइजेशन की है जिस दंद कटवा दिता जाए, ਉਹਦੀ ਜਿਹੜਾ ਨਵਾਂ ਦੰਦ ਲਗਾਉਂਦੇ ਨੇ ਫਿਕਸ ਹੱਡੀ ਦੇ ਅੰਦਰ, ਉਹਨੂੰ ਡੈਂਟਲ ਇੰਪਲਾਂਟ ਕਹਿੰਦੇ ਨੇ। ਮੈਂ ਜਨਰਲ ਪ੍ਰੈਕਟਿਸ ਦੇ ਨਾਲ ਉਹ ਵੀ ਕਰਨਾ ਮੈਂ। ਠੀਕ ਹੈ ਡਾਕਟਰ ਸਾਹਿਬ, ਇੱਕ ਚੀਜ਼ ਮੈਨੂੰ ਦੱਸੋ ਕਿ ਪਿਛਲੀ ਜਿਹੜੀ ਜਨਰੇਸ਼ਨ ਹੈ, ਜਿਹੜੇ ਮੇਰੇ ਦਾਦਾ ਅਬੂ ਸਨ ਜਾਂ ਇਸ ਜਨਰੇਸ਼ਨ ਦੇ ਲੋਕ ਨੇ, ਉਹ ਜ਼ਰਾ ਘੱਟ ਦੰਦਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਰਹੇ ਨੇ, ਔਰ ਕੋਈ ਬਹੁਤ ਪੁਰਾਣੀ ਜਨਰੇਸ਼ਨ ਵੀ ਨਹੀਂ। ਜਾਂ ਤਾਂ ਹੋਏ ਨਾ ਕਿ ਬਹੁਤ ਜਲਦੀ ਇਨਸਾਨ ਇਵੋਲਵ ਹੋ ਗਿਆ ਹੈ ਤਾਂ ਉਹਦੇ ਕਰਕੇ ਬਹੁਤ ਜ਼ਿਆਦਾ ਬਿਮਾਰੀਆਂ ਵੀ ਆ ਜਾਂਦੀਆਂ ਨੇ ਮੈਡੀਕਲ ਦੇ ਵਿੱਚ। आखिर की वजह कि बहुत ही थोड़े अरसे दे विच असीं हुण छोटे छोटे बच्चे वेखने आ जिहड़े दाड़ फड़ के फिरदे हुंदे ने, मूँह सुज्जा हुंदा, वड्डे भी ज़ाहिर है, मिडल एजिस दे भी, और सारे लोग। की वजह है? कोई साडे खाण पीण च फर्क आ गया है या कोई सफाई दा बहुत ज़्यादा चेंज आ गया है? क्यों असीं दंदां दीयां इन्नियां शदीद बीमारियां दा शिकार हां? ਜਦੋਂ ਜ਼ਿੰਦਗੀ 'ਚ ਆਸਾਇਸ਼ਾਂ ਔਰ ਸਹੂਲਤਾਂ ਜ਼ਿਆਦਾ ਹੋਣਗੀਆਂ ਬੰਦਾ ਉਹਨਾਂ ਹੀ ਤਨ ਆਸਾਨ ਹੋ ਜਾਂਦਾ। ਇੱਕ ਪਹਿਲਵਾਨ ਸਾਰਾ ਸਾਲ ਕਸਰਤ ਕਰਦਾ, ਤੁਸੀਂ ਉਹਦਾ ਜਿਸਮ ਦੇਖ ਲਓ, ਔਰ ਇੱਕ ਜਿਹੜਾ ਬੰਦਾ ਕੁਛ ਨਹੀਂ ਕਰਦਾ ਪਿਆ ਰਹਿੰਦਾ ਉਹਦਾ ਜਿਸਮ ਦੇਖ ਲਓ, ਦੋਨਾਂ 'ਚ ਫਰਕ ਆਏਗਾ। ਅੱਜ ਕੱਲ੍ਹ ਦੀ ਜਨਰੇਸ਼ਨ ਦਾ ਕੀ ਹੈ ਬਈ, ਇਹਨੂੰ ਅਸੀਂ ਮੁਕਾਬਲਾ ਕਰਨੇ ਪਿਛਲੀ ਜਨਰੇਸ਼ਨ ਨਾਲ, ਜਦੋਂ ਤੁਸੀਂ ਜ਼ਿਕਰ ਕੀਤਾ ਪਿਛਲੀ ਨਸਲ ਨਾਲ। ਉਹਨਾਂ ਨੇ ਗੰਨੇ ਚੂਸੇ ਹੋਏ ਨੇ, ਗੰਡੇਰੀਆਂ ਚਬਾਈਆਂ ਹੋਈਆਂ ਨੇ, ਮਕਈਆਂ ਚਬਾਈਆਂ ਨੇ, ਕੱਚੀਆਂ ਗਾਜਰਾਂ, ਮੂਲੀਆਂ, ਸਬਜ਼ੀਆਂ, ਬਦਾਮ ਅਖਰੋਟ ਤੋੜ ਲੈਂਦੇ ਸਨ, ਦੰਦਾਂ ਤੋੜ ਲੈਂਦੇ ਸੀ। ਇਸ ਲਈ ਵੀ ਉਹਨਾਂ ਦੇ ਦੰਦ ਇਸਤੇਮਾਲ ਹੁੰਦੇ ਸੀ, ਉਹਨਾਂ ਦੀ ਐਕਸਰਸਾਈਜ਼ ਹੁੰਦੀ ਸੀ, ਉਹਨਾਂ ਦਾ ਯੂਜ਼ ਸੀ ਕੁਛ ਨਾ ਕੁਛ ਉਹਨਾਂ ਦਾ। ਹੁਣ ਕੀ ਹੈ, ਹੁਣ ਜੂਸਿਸ ਨੇ, ਕੌਰਨਫਲੇਕਸ ਨੇ, ਸ਼ਵਾਰਮਾਸ, ਨਗੇਟਸ, ਜਿਹਨਾਂ ਦੰਦਾਂ ਨੂੰ ਕੁਛ ਕੰਮ ਹੀ ਨਹੀਂ ਕਰਨਾ ਪਏਗਾ। ਡੀਪ ਫਰਾਈਡ ਚੀਜ਼ਾਂ ਨੇ, ਕੋਲਡ ਡਰਿੰਕਸ ਨੇ, ਠੀਕ ਹੈ। ਫਿਰ ਤੀਸਰੀ ਗੱਲ ਇਹ ਵੀ ਉਹ ਪਹਿਲੇ ਸਾਡੇ ਲੋਕ ਸੀ, ਉਹ ਮਿਸਵਾਕ ਬਹੁਤ ਕਰਦੇ ਸੀ। ਮਿਸਵਾਕ ਦੇ ਜਿਹੜੇ ਰੇਸ਼ੇ ਨੇ, ਫਾਈਬਰਸ ਨੇ, ਉਹ ਦੋ ਦੰਦਾਂ ਦੇ ਵਿੱਚ ਫਸੀ ਖੁਰਾਕ ਨੂੰ ਸਾਫ਼ ਕਰ ਦਿੰਦੇ ਸੀ। ਅੱਛਾ, ਗੰਨਾ ਚੂਸਣਾ ਉਹਦਾ ਫਾਈਬਰ ਵੀ ਸਾਫ਼ ਕਰ ਦਿੰਦਾ। ਹੁਣ ਬੱਚੇ ਨੇ ਉਹ ਖਾਂਦੇ ਪੀਂਦੇ ਨੇ, ਉਹ ਸਾਰੀ ਰਾਤ ਜਾਗਦੇ ਨੇ, ਜਾਗਣ ਵੇਲੇ ਸੌਂਦੇ ਨੇ, ਸੌਣ ਵੇਲੇ ਜਾਗਦੇ ਨੇ। तो ਜ਼ਿੰਦਗੀ ਜੋ ਤੁਸੀਂ ਇੱਕ ਗੈਰ ਫਿਤਰੀ ਤਰੀਕੇ ਨਾਲ ਗੁਜ਼ਾਰੋਗੇ ਤੇ ਫਿਰ ਅਵਾਮਲ ਵੀ ਗੈਰ ਫਿਤਰੀ ਸਾਹਮਣੇ ਆਣਗੇ ਨਾ। ਸਹੀ। ਸੋ ਪਹਿਲੇ ਲੋਕ ਨੈਚੁਰਲ ਜ਼ਿੰਦਗੀ ਗੁਜ਼ਾਰਦੇ ਸੀ, ਉਹਨਾਂ ਦੇ ਸਿਹਤ ਨੈਚੁਰਲ ਸੀ। ਹੁਣ ਅਨਨੈਚੁਰਲ ਹੈ ਸਿਹਤ ਵੀ ਅਨਨੈਚੁਰਲ। ਅੱਛਾ ਡਾਕਟਰ ਸਾਹਿਬ, ਇਹ ਗੱਲ ਤੁਸੀਂ ਬਿਲਕੁਲ ਸਹੀ ਕੀਤੀ ਕਿ ਪਹਿਲੇ ਲੋਕ ਜਿਹੜੇ ਨੇ ਨੈਚੁਰਲ ਜ਼ਿੰਦਗੀ ਗੁਜ਼ਾਰਦੇ ਸੀ। ਲੇਕਿਨ ਇਹ ਦੱਸੋ ਕਿ ਦੰਦਾਂ ਦੀਆਂ ਬਿਮਾਰੀਆਂ ਕਿਹੜੀਆਂ ਨੇ, ਇਹਦੀਆਂ ਕੀ ਇਕਸਾਮ ਨੇ ਤੇ ਕਿਵੇਂ ਇਹਦੇ ਤੋਂ ਬਚਿਆ ਜਾ ਸਕਦਾ ਹੈ? ਦੰਦਾਂ ਦੀਆਂ ਬਿਮਾਰੀਆਂ 6 ਮਹੀਨੇ ਦੀ ਉਮਰ ਤੋਂ ਸ਼ੁਰੂ ਹੋ ਕੇ ਇਨਸਾਨ ਦੀ ਜ਼ਿੰਦਗੀ ਦੇ ਆਖਰ ਤੱਕ ਰਹਿੰਦੀਆਂ ਨੇ। 6 ਮਹੀਨੇ ਜੋ ਦੁੱਧ ਦੇ ਦੰਦ ਆਉਣਾ ਸ਼ੁਰੂ ਹੋ ਜਾਂਦੇ ਨੇ ਔਰ ਮਾਵਾਂ ਫੀਡਰ 'ਤੇ ਲਾ ਦਿੰਦੀਆਂ ਨੇ,
ਨਾਨੀਆਂ ਦਾਦੀਆਂ ਵੀ ਉੱਥੋਂ ਹੀ ਦੰਦਾਂ ਦੀਆਂ ਬਿਮਾਰੀਆਂ ਦਾ ਆਗਾਜ਼ ਸ਼ੁਰੂ ਹੋ ਜਾਂਦਾ। ਉਹ ਕਰਦੇ ਕਰਦੇ ਉਹ ਆਖਰ ਤੱਕ ਚੱਲਦਾ ਜਾਂਦਾ। ਉਹਨੇ ਵੀ ਬਿਮਾਰੀਆਂ ਹੈ ਕਿਹੜੀਆਂ ਨੇ? ਸਭ ਤੋਂ ਜ਼ਿਆਦਾ ਬਿਮਾਰੀ ਜਿਹੜੀ ਹੈ ਉਹ ਦੰਦ 'ਚ ਕੀੜਾ ਲੱਗਣਾ ਹੈ, ਕੈਵਿਟੀ ਬਣ ਗਈ ਹੈ, ਖੋੜ ਬਣ ਗਈ ਹੈ ਜੀ। ਉਹ ਖੋੜ ਵਿੱਚ ਫਿਰ ਠੰਡਾ ਪਾਣੀ ਪੀਓ ਉਹ ਲੱਗਦਾ ਹੈ, ਗਰਮ ਚਾय ਪੀਓ ਉਹ ਲੱਗਦੀ ਹੈ, ਮਿੱਠਾ ਖਾਓ ਉਹ ਲੱਗਦਾ ਹੈ, ਖਾਣਾ ਚਬਾਓ ਉਹਦਾ ਦਰਦ ਹੁੰਦੀ ਹੈ, ਕੁਛ ਵੀ ਨਾ ਹੋਵੇ ਤਾਂ ਖਾਣਾ ਫਸ ਕੇ ਦਰਦ ਕਰਦਾ ਹੈ। ਅੱਛਾ। ਇੱਕ ਚੀਜ਼ ਹੈ। ਦੂਸਰੀ ਬਿਮਾਰੀ ਜਿਹੜੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਉਹ ਹੈ ਮਸੂੜਿਆਂ 'ਚ ਖੂਨ ਆਉਣਾ। ਔਰ ਡੈਫੀਨਿਟਲੀ ਜੋ ਮਸੂੜਿਆਂ 'ਚ ਖੂਨ ਆਏਗਾ ਫਿਰ ਮੂੰਹ 'ਚ ਬਦਬੂ ਵੀ ਆਏਗੀ। ਸਹੀ। ਤੀਸਰਾ ਚੌਥੇ ਨੰਬਰ ਤੇ ਆ ਗਿਆ ਦੰਦਾਂ ਦਾ ਟੇੜਾ ਹੋਣਾ, ਕਿਉਂਕਿ ਦੰਦਾਂ ਦੀ ਐਕਸਰਸਾਈਜ਼ ਹੀ ਨਹੀਂ ਹੈ, ਜਬੜੇ ਪੂਰੇ ਡਿਵੈਲਪ ਹੀ ਨਹੀਂ ਹੁੰਦੇ ਔਰ ਦੰਦ ਤੇ ਇੱਕ ਮੁਕਰਰਾ ਤਾਦਾਦ ਨਾਲ ਉਗਨੇ ਹੀ ਨੇ। ਉਹ ਫਿਰ ਥੋੜੀ ਜਗ੍ਹਾ 'ਚ ਦੰਦ ਫਿਰ ਅੱਗੇ ਪਿੱਛੇ ਉਗਦੇ ਨੇ। ਜਿਸ ਤਰ੍ਹਾਂ ਇਸ ਕਮਰੇ 'ਚ ਫॉर एग्जांपल ਕੋਈ 10 ਲੋਕ ਦੀ ਜਗ੍ਹਾ ਹੈ, ਜੇ 15 ਆ ਜਾਣਗੇ ਤਾਂ ਫਿਰ ਉਹ ਤਰਤੀਬ ਨਹੀਂ ਰਹੇਗੀ। ਇਹੀ ਦੰਦਾਂ ਦੇ ਜਬੜਿਆਂ ਦਾ ਹਾਲ ਹੈ। ਜਗ੍ਹਾ ਥੋੜੀ ਹੋਏਗੀ ਤੇ ਦੰਦ ਟੇਢੇ ਮੇਢੇ ਹੋਣਗੇ। ਚੌਥਾ ਇਹ ਆਉਂਦਾ ਵੀ ਚਾय ਕॉफ़ी ਸਿਗਰਟ ਬਹੁਤ ਪੀਣਾ ਔਰ ਦੰਦ ਸਾਫ਼ ਨਾ ਕਰਨਾ ਤੇ ਫਿਰ ਦੰਦ ਪੀਲੇ ਹੋ ਜਾਂਦੇ ਨੇ, ਉਹਨਾਂ ਤੇ ਨਿਸ਼ਾਨ ਪੈ ਜਾਂਦੇ ਨੇ, ਪੱਕੇ ਵੀ ਔਰ ਆਰਜ਼ੀ ਵੀ, ਦੰਦ ਦੇਖਣ ਨੂੰ ਬੁਰੇ ਲੱਗਦੇ ਨੇ। ਇਹ ਕਾਮਨ ਬਿਮਾਰੀਆਂ ਨੇ ਦੰਦਾਂ। ਅੱਛਾ, ਇਹ ਬਿਮਾਰੀਆਂ ਨੇ। ਅੱਛਾ, ਕੁਝ ਲੋਕ ਬਹੁਤ ਜ਼ਿਆਦਾ ਸਮੋਕਿੰਗ ਕਰਦੇ ਨੇ, ਗੁਟਕਾ ਖਾਂਦੇ ਨੇ, ਉਹਨਾਂ ਦੇ ਦੰਦ ਬਹੁਤ ਖਰਾਬ ਹੋ ਜਾਂਦੇ ਨੇ। ਤੁਸੀਂ ਤੇ ਮਤਲਬ ਤੁਹਾਡੇ ਕੋਲ ਤੇ ਪੇਸ਼ੈਂਟ ਆਉਂਦੇ ਹੋਣਗੇ ਇਹੋ ਜਿਹੇ, ਉਹ ਕਿਸ ਤਰ੍ਹਾਂ ਆਪਣੇ ਦੰਦਾਂ ਨੂੰ ਸਹੀ ਕਰ ਸਕਦੇ ਨੇ? ਓਬਵੀਅਸਲੀ ਇਹ ਚੀਜ਼ਾਂ ਛੱਡ ਕੇ ਅੱਛਾ, ਪਹਿਲੇ ਤੇ ਇਲਾਜ ਕਰਾਉਣ ਤੱਕ ਜਿੰਨਾ ਕੁ ਉਹਨਾਂ ਦਾ ਗੜਬੜ ਜਾਂ ਨੁਕਸਾਨ ਹੋ ਚੁੱਕਿਆ ਹੈ। ਗੁਟਕਾ ਅਸਲ ਇੰਨੀ ਖਤਰਨਾਕ ਚੀਜ਼ ਹੈ ਵੀ ਉਹ ਇੱਕ ਪੱਥਰ ਹੈ ਜਿਹੜਾ ਤੁਸੀਂ ਚਬਾ ਰਹੇ ਹੋ। ਅੱਲਾਹ ਤਾਲਾ ਨੇ ਦੰਦ ਸਾਨੂੰ ਖਾਣਾ ਖਾਣ ਲਈ ਦਿੱਤੇ ਨੇ, ਗੁਟਕਾ ਖਾਣ ਲਈ ਨਹੀਂ ਦਿੱਤੇ। ਠੀਕ ਹੈ, ਗੁਟਕਾ ਤੇ ਇੱਕ ਤਰ੍ਹਾਂ ਪੱਥਰ ਹੈ ਚਬਾ ਰਹੇ ਹੋ ਤੁਸੀਂ, ਦੰਦ ਕੋਲੋਂ ਇੱਕ ਅਨਨੈਚੁਰਲ ਔਰ ਅਨਡਿਊ ਜ਼ਿਆਦਾ ਫੋਰਸ ਲਵਾ ਰਹੇ ਹੋ। ਜਿਹੜੇ ਦੰਦ ਨੇ ਕੁਛ ਪਾਊਂਡ ਸਕੇਅਰ ਪਰ ਇੰਚ ਉਹਨੇ ਜਿਹੜੀ ਫੋਰਸ ਲੈਣੀ ਉਹ ਜ਼ਿਆਦਾ ਲਏਗਾ ਤਾਂ ਫਿਰ ਪਹਿਲੇ ਕਰੈਕ ਪਏਗਾ ਫਿਰ ਟੁੱਟੇਗਾ। ਅੱਛਾ, ਠੀਕ ਹੈ, ਪਹਿਲੇ ਤੇ ਇਹਦਾ ਇਲਾਜ ਕਰਵਾਓ। ਜੋ ਕਰੈਕ ਹੋ ਗਏ ਨੇ ਦੰਦ ਉਹਨਾਂ ਦੀ ਫਿਲਿੰਗਸ ਕਰਾਓ, ਜੋ ਟੁੱਟ ਗਏ ਨੇ ਉਹਨਾਂ ਦੇ ਉੱਪਰ ਖੋਲ ਚੜਵਾਓ, ਕਰਾਂ ਚੜਾਓ, ਸਾਰਾ ਟ੍ਰੀਟਮੈਂਟ ਕਰਾ ਕੇ ਫਿਰ ਇਹ ਚੀਜ਼ਾਂ ਛੱਡ ਦਿਓ। ਡਾਕਟਰ ਸਾਹਿਬ ਮੈਨੂੰ ਹੁਣ ਇਹ ਦੱਸਦੇ ਚਲੋ ਕਿ ਤੁਹਾਡੇ ਕੋਲ ਤੇ ਦੰਦਾਂ ਦੇ ਮਰੀਜ਼ ਆਉਂਦੇ ਰਹਿੰਦੇ ਨੇ, ਕਿਹੜਾ ਕਾਮਨ ਜਿਹੜਾ ਮਸਲਾ ਹੈ ਦੰਦਾਂ ਦਾ ਜਿਹੜਾ ਜ਼ਿਆਦਾਤਰ ਲੋਕਾਂ 'ਚ ਜ਼ਿਆਦਾ ਪਾਇਆ ਜਾਂਦਾ ਹੈ, ਤੁਸੀਂ ਕੀ ਸਮਝਦੇ ਹੋ? ਜ਼ਿਆਦਾਤਰ ਜਿਹੜੇ ਲੋਕ ਆਉਂਦੇ ਨੇ ਉਹ ਮਸੂੜਿਆਂ 'ਚੋਂ ਖੂਨ, ਬਦਬੂ ਔਰ ਦੰਦਾਂ ਦੀ ਕੈਵਿਟੀ ਦੇ ਬਾਰੇ ਚਾਹੁੰਦੇ ਨੇ। ਠੀਕ ਹੈ। ਸਭ ਤੋਂ ਜ਼ਿਆਦਾ ਇਹ ਮਸਲਾ ਆ ਰਿਹਾ ਔਰ ਇਹਦੀ ਵਜ੍ਹਾ ਮੈਂ ਤੁਹਾਨੂੰ ਦੱਸਦਾ ਜਾਵਾਂ। ਸਾਡੇ ਆਮ ਤੌਰ ਤੇ ਸਵੇਰ ਉੱਠ ਕੇ ਬਰਸ਼ ਕਰਨ ਨੂੰ ਹੀ ਇੱਕ ਜ਼ਰੂਰੀ ਔਰ ਕਾफ़ी ਸਮਝਿਆ ਜਾਂਦਾ ਹੈ। ਮੈਡੀਕਲੀ ਇਹਦਾ ਕੋਈ फ़ायदा नहीं। सुबह उठ के ब्रश करना और ब्रश ना करना तकरीबन एक बराबर है रात सौन तो पहले, क्योंकि ਇਹਦੀ ਅਸੀਂ ਰੀਜ਼ਨ ਇਹ ਦਿੰਦੇ ਵੀ ਦਿਨ 'ਚ ਤਾਂ ਤੁਸੀਂ ਖਾਂਦੇ ਪੀਂਦੇ ਰਹਿੰਦੇ ਹੋ, ਪਾਣੀ ਪੀ ਲਿਆ, ਚਾय ਪੀ ਲਈ ਔਰ ਕੋਈ ਡਰਿੰਕ ਪੀ ਲਿਆ, ਸੌਫਟ ਡਰਿੰਕ, ਔਰ ਤੁਹਾਡਾ ਮੂੰਹ ਸਾਫ਼ ਹੋ ਗਿਆ। ਰਾਤ ਨੂੰ ਖਾਣਾ ਵਾਣਾ ਖਾ ਕੇ ਸਿੱਧੇ ਬਿਸਤਰੇ ਚਲੇ ਗਏ, ਜ਼ਿਆਦਾ ਪੋਰਸ਼ਨ ਮੈਦੇ 'ਚ ਔਰ ਥੋੜਾ ਪੋਰਸ਼ਨ ਮੂੰਹ 'ਚ ਰਹਿ ਗਿਆ। ਉਸ ਜਿਹੜਾ ਥੋੜਾ ਬਹੁਤ ਪੋਰਸ਼ਨ ਖੁਰਾਕ ਦਾ ਮੂੰਹ 'ਚ ਰਹਿ ਗਿਆ ਉਹ ਸਾਡੇ ਥੁੱਕ ਦੇ ਨਾਲ ਮਿਲ ਜੁਲ ਕੇ ਉਹ ਫਿਰ ਜਰਾਸੀਮ ਵੱਧਦੇ ਨੇ, ਤਾਦਾਦ 'ਚ ਬੈਕਟੀਰੀਅਲ ਗਰੋਥ ਜ਼ਿਆਦਾ ਹੁੰਦੀ ਹੈ। ਉਹ ਫਿਰ ਮਸੂੜੇ ਵੀ ਖਰਾਬ, ਮਸੂੜਿਆਂ 'ਚ ਬਲੀਡਿੰਗ, ਸਪੋਰਟ ਕੇ ਅਜੀਬ ਕਸੈਲੀ ਜੀ ਬਦਬੂ ਔਰ ਅਲਟੀਮੇਟਲੀ ਦੰਦ ਹਿਲਣਾ ਸ਼ੁਰੂ ਹੋ ਜਾਂਦੇ ਨੇ ਔਰ ਕੈਵਿਟੀਜ਼ ਵੀ ਇਸ ਤਰ੍ਹਾਂ ਹੀ ਬਣਦੀਆਂ ਨੇ। ਅਕਸਰ ਡੈਂਟਿਸਟ ਜਿਹੜੇ ਨੇ ਟੈਲੀਵਿਜ਼ਨ ਦੇ ਪ੍ਰੋਗਰਾਮਸ 'ਚ ਵੇਖੀਏ, ਫਿਰ ਟੀਵੀ ਦੇ ਐਡਸ ਵੀ ਵੇਖੀਏ, ਦੰਦ ਸਾਫ਼ ਕਰਨ ਦਾ ਤਰੀਕਾ ਦੱਸ ਰਹੇ ਹੁੰਦੇ ਨੇ। ਇੱਕ ਵੱਡਾ ਜਿਹਾ ਬੁਰਸ਼ ਹੁੰਦਾ, ਉਹਨਾਂ ਕੋਲ ਇੱਕ ਮਾਡਲ ਹੁੰਦਾ, ਹੁਣ ਇੰਝ ਫੇਰਦੇ ਨੇ ਲਿਖਿਆ ਹੁੰਦਾ ਪੂਰੇ 2 ਮਿੰਟ ਤੱਕ। ਔਰ ਫਿਰ ਕੈਲਸ਼ੀਅਮ ਦੀ ਘਾਟ ਵੀ ਵਿਖਾਉਂਦੇ ਨੇ, ਦੂਰੋਂ ਟਕਰਾ ਕੇ ਇੱਕ ਟੁੱਟ ਜਾਂਦਾ, ਇੱਕ ਬਚ ਜਾਂਦਾ। ਕਿਆ ਵਾਕਈ ਸਾਰੀ ਪਾਪੂਲੇਸ਼ਨ ਹਲੇ ਵੀ ਗਲਤ ਦੰਦ ਸਾਫ਼ ਕਰ ਰਹੀ ਹੈ ਜਾਂ ਕੀ ਸਿਲਸਿਲਾ, ਤੁਸੀਂ ਕੀ ਸਮਝਦੇ ਹੋ? ਇੱਕ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਾਂ, ਤੁਸੀਂ ਕਿਸੇ ਨੂੰ ਬਰਸ਼ ਕਰਦੇ ਵੇਖ ਲਓ, ਜਿਹਨੂੰ ਕਿ ਨਹੀਂ ਪਤਾ, ਉਹ ਇਸ ਤਰ੍ਹਾਂ ਕਰੇਗਾ, ਉਸ ਝੱਗ ਬਣਾਏਗਾ। ਠੀਕ ਹੈ ਨਾ, ਥੋੜਾ ਜਿਹਾ ਵੋਮਿਟ ਵਾਲਾ ਸੀਨ ਵੀ ਹੁੰਦਾ, ਉਹ ਸਮਝਦੇ ਸਫਾਈ ਹੋ ਗਈ, ਆਵਾਜ਼ਾਂ ਸ਼ਵਾਜ਼ਾਂ ਕੱਢੀਆਂ, ਇਸ ਤਰ੍ਹਾਂ ਸਫਾਈ ਨਹੀਂ ਹੁੰਦੀ। ਦੰਦ ਅੱਲਾ ਨੇ ਲੰਬਾਈ ਦੇ ਰੁੱਖ ਪੈਦਾ ਕੀਤੇ ਨੇ, ਦੋ ਦੰਦਾਂ ਦੇ ਦਰਮਿਆਨ ਜਿਹੜੀ ਖੁਰਾਕ ਫਸੇਗੀ, ਤੁਸੀਂ ਉਹਨੂੰ ਇਸ ਤਰ੍ਹਾਂ ਸਾਫ਼ ਕਰੋਗੇ, ਮੈਂ ਤੁਹਾਨੂੰ ਡੈਮੋਸਟ੍ਰੇਟ ਕਰ ਦੇਣਾ, ਇਸ ਤਰ੍ਹਾਂ ਸਾਫ਼ ਕਰੋਗੇ ਤਾਂ ਸਾਫ਼ ਹੋਏਗਾ। ਜੇ ਇਸ ਤਰ੍ਹਾਂ ਸਾਫ਼ ਕਰੋਗੇ ਤਾਂ ਤੁਸੀਂ ਉਹ ਖੁਰਾਕ ਦੇ ਜ਼ਰਾਤ ਔਰ ਮੈਲ ਨੂੰ ਔਰ ਪਲਾਕ ਨੂੰ ਤੁਸੀਂ ਮਜ਼ੀਦ ਅੰਦਰ ਤੱਕ ਰਹੇ ਹੋ। ਓਕੇ, ਜ਼ਿਆਦਾਤਰ ਲੋਕ ਇੰਝ ਹੀ ਸਾਫ਼ ਕਰਦੇ ਨੇ ਇਸ ਤਰ੍ਹਾਂ, ਹਾਲਾਂਕਿ ਇਸ ਤਰ੍ਹਾਂ ਇੱਥੇ ਵੀ ਇਸ ਤਰ੍ਹਾਂ ਉੱਪਰ ਨੀਚੇ, ਔਰ ਫਿਰ ਗੁਲਾਈ ਦੀ ਸ਼ਕਲ 'ਚ ਕਰਨਾ ਚਾਹੀਦਾ ਤਾਂ ਕਿ ਜਿੱਥੇ ਮਸੂੜੇ ਔਰ ਦੰਦ ਮਿਲ ਰਹੇ ਨੇ ਆਪਸ 'ਚ, ਗੁਲਾਈ ਹਾਫ ਸਰਕਲ ਬਣ ਰਿਹਾ, ਉਹ ਗੁਲਾਈ ਦੀ ਸ਼ਕਲ 'ਚ ਹੋ ਜਾਏਗਾ, ਸਾਫ਼ ਹੋ ਜਾਂਦੀ ਹੈ। ਲੰਬਾਈ ਦੇ ਰੁੱਖ ਕਰਨ ਨਾਲ ਸਾਰੇ ਦੰਦ ਸਾਫ਼, ਯਾਨੀ ਉਹ ਕਰਵ ਜਿਹੜੀ ਉਹ ਵੀ ਸਾਫ਼ ਹੋ ਜਾਏ, ਬਿਲਕੁਲ ਹੌਰੀਜ਼ੌਂਟਲ ਜਿਹੜੀ ਸਿਚੁਏਸ਼ਨ ਹੈ ਉਹ ਵੀ, ਔਰ ਫਿਰ ਇੱਕ ਜ਼ੁਬਾਨ ਸਾਫ਼ ਕਰਨ ਦਾ ਸਿਲਸਿਲਾ ਉਹ ਵੀ ਬਹੁਤ ਘੱਟ ਲੋਕ ਵੈਸੇ ਕਰਦੇ ਨੇ, ਉਹਦੇ ਵੱਲ ਵੀ ਸ਼ਾਇਦ ਸਾਨੂੰ ਧਿਆਨ ਦੇਣਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਤੁਸੀਂ ਕੀ ਸਮਝਦੇ ਹੋ ਕਿਹੜੀ ਇਹਤਿਆਤੀ ਤਦਾਬੀਰ ਨੇ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੇ ਦੰਦਾਂ ਨੂੰ ਖੂਬਸੂਰਤ ਬਣਾ ਸਕਦੇ ਹਾਂ? ਰੋਜ਼ਾਨਾ ਬਰਸ਼ ਕਰੋ, ਰਾਤ ਨੂੰ ਸੌਣ ਤੋਂ ਪਹਿਲੇ ਆਦਤ ਬਣਾ ਲਓ, ਔਰ ਨਿਸ਼ਾਸਤੇ ਵਾਲੀਆਂ ਚੀਜ਼ਾਂ ਜਿਨ੍ਹਾਂ 'ਚ ਕਾਰਬੋਹਾਈਡਰੇਟ ਨੇ, ਚਾਵਲ, ਆਲੂ, ਰੋਟੀ ਔਰ ਇਸ ਤਰ੍ਹਾਂ ਦੇ तमाम ਨਿਸ਼ਾਸਤਦਾਰ ਚੀਜ਼ਾਂ ਖਾਓ ਜ਼ਰੂਰ। ਇੱਕ ਤਾਂ ਉਹਨਾਂ 'ਤੇ ਇਤਦਾਲ ਰੱਖੋ, ਪ੍ਰਪੋਰਸ਼ਨ ਕਰ ਲਓ, ਇੰਨੇ ਦਿਨ ਪ੍ਰੋਟੀਨ ਖਾਣੀ ਹੈ,
ਇੰਨਾ ਨਸ਼ਾਸਤਾ ਖਾਣਾ ਹੈ, ਇੰਨਾ ਸਬਜ਼ੀਆਂ ਖਾਣੀਆਂ ਨੇ। ਨਸ਼ਾਸਤੇ ਵਾਲੀ ਚੀਜ਼ ਦੰਦਾਂ ਤੇ ਛੱਡਣੀ ਨਹੀਂ ਰਾਤ ਭਰ ਜਾਂ ਚੰਦ ਘੰਟਿਆਂ ਵਾਸਤੇ। ਅੱਛਾ, ਜਦੋਂ ਆਲੂ ਚਾਵਲ ਰੋਟੀ ਖਾਓ ਤੇ ਉਸ ਤੋਂ ਬਾਅਦ ਜ਼ਰੂਰ ਬ੍ਰਸ਼ ਕਰੋ। ਜੇ ਬ੍ਰਸ਼ ਤੁਸੀਂ ਕਿਸੇ ਬਾਹਰ ਜਗ੍ਹਾ ਤੇ ਅਵੇਲੇਬਲ ਨਹੀਂ ਹੈ ਤਾਂ ਐਟਲੀਸਟ ਪ੍ਰੈਸ਼ਰ ਨਾਲ ਕੁੱਲੀ ਕਰ ਲਓ। ਠੀਕ ਹੈ। ਦੂਸਰੇ ਨੰਬਰ ਤੇ ਮਿੱਠੀਆਂ ਚੀਜ਼ਾਂ 'ਚ ਵੀ ਇੱਕ ਬੈਲੈਂਸ ਰੱਖੋ। ਬਹੁਤ ਜ਼ਿਆਦਾ ਮਿੱਠਾ ਸ਼ੂਗਰ ਦੀ ਵਜ੍ਹਾ ਵੀ ਬਣ ਸਕਦਾ ਤੇ ਦੰਦ ਵੀ ਖਰਾਬ ਕਰ ਸਕਦਾ, ਮਸੋੜੇ ਵੀ ਖਰਾਬ ਕਰਦਾ ਹੈ। ਇਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਦੰਦਾਂ ਤੇ ਚਿਪਕੀਆਂ ਰਹਿ ਜਾਣ, ਸਟਿੱਕੀ ਚੀਜ਼ਾਂ, ਕੈਂਡੀਜ਼, ਚਾਕਲੇਟਸ, ਬਿਲਕੁਲ ਈਵਨ ਜਿਹੜੇ ਫਰਾਈਜ਼ ਵਗੈਰਾ ਮਿਲਦੇ ਨੇ, ਇਹ ਵੀ ਮੇਜਰ ਪੋਰਸ਼ਨ ਖਾ ਕੇ ਬਾਕੀ ਦੰਦਾਂ ਦੇ ਵਿੱਚ ਜਿਹੜੀਆਂ ਚਰੀਆਂ ਬਣੀਆਂ ਨੇ, ਫਿਸ਼ਰਸ ਕਹਿੰਦੇ ਆ, ਉਹਨਾਂ 'ਚ ਫਸਿਆ ਰਹਿ ਜਾਂਦਾ। ਇਹ ਉਹ ਸਫਾਈ ਨਾ ਕਰੋਗੇ ਤਾਂ ਵੀ ਖਰਾਬ ਹੋ ਜਾਏਗਾ। ਸੋ ਦੋ ਗੱਲਾਂ, ਪਹਿਲੀ ਚੀਜ਼ ਇਤਦਾਲ, ਪ੍ਰਪੋਰਸ਼ਨੇਟ ਕਰ ਲਓ, ਦੂਸਰੀ ਸਫਾਈ। ਕੁਝ ਲੋਕ ਇਹ ਵੀ ਡਾਕਟਰ ਸਾਨੂੰ ਦੱਸਦੇ ਨੇ ਕਿ 3 ਦਫਾ ਬ੍ਰਸ਼ ਕਰੋ, ਸਵੇਰ ਵੀ ਕਰੋ, ਸਵੇਰ ਜ਼ਾਹਿਰ ਤੁਸੀਂ ਨਿਕਲਣਾ ਹੈ ਔਰ ਬਦਬੂ ਨਹੀਂ ਆਣੀ ਚਾਹੀਦੀ। ਕੁਝ ਇਹ ਵੀ ਦੱਸਦੇ ਨੇ ਕਿ ਨਾਸ਼ਤੇ ਤੋਂ ਬਾਅਦ ਕਰੋ। ਕਹਿੰਦੇ ਤੇ ਦਿਨ 'ਚ 3 ਦਫਾ, ਲੇਕਿਨ 3 ਦਫਾ ਪੋਸੀਬਲ ਨਹੀਂ ਹੈ ਨਾ। ਜਿਹੜਾ ਦੁਪਹਿਰ ਦਾ ਲੰਚ ਹੈ, ਹੁਣ ਜੇਬ 'ਚ ਬ੍ਰਸ਼ ਰੱਖ ਕੇ ਤਾਂ ਕੋਈ ਫਿਰ ਤੁਸੀਂ ਕਿਸੇ ਵੀ ਆਫਿਸ ਪਲੇਸ ਤੇ ਹੋ, ਜਗ੍ਹਾ ਤੇ ਹੋ, तो ਬਾਹਰ इसलिए ਅਸੀਂ ਪ੍ਰੈਸ਼ਰ ਦਿੰਦੇ ਵੀ ਕਮ ਸੇ ਕਮ 2 ਦਫਾ ਤੇ ਮਰੀਜ਼ ਕਰੇਗਾ ਨਾ, ਇਸ ਲਈ 3 ਦਫਾ ਦਾ ਕਹਿੰਦੇ ਆ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ। ਇਨਸ਼ਾਅੱਲਾ ਫਿਰ ਕਿਸੇ ਪ੍ਰੋਗਰਾਮ ਵਿੱਚ ਤੁਹਾਨੂੰ ਜਿਹੜਾ ਜ਼ਹਿਮਤ ਦਾਂਗੇ। ਉਦੋਂ ਤੱਕ ਹੁਣ ਬ੍ਰੇਕ ਤੇ ਜਾਣੇ ਆ ਤੇ ਬ੍ਰੇਕ ਤੋਂ ਬਾਅਦ ਇੱਕ ਸਾਡੀ ਕੋਰ ਪ੍ਰੋਣੀ ਸਾਡੇ ਨਾਲ ਮੌਜੂਦ ਨੇ, ਉਹਦੇ ਨਾਲ ਤੁਹਾਨੂੰ ਮਿਲਵਾਵਾਂਗੇ ਤੇ ਉਦੋਂ ਤੱਕ ਤੁਸੀਂ ਇੱਥੇ ਹੀ ਰਹਿਣਾ, ਕਿਤੇ ਨਹੀਂ ਜਾਣਾ। ਅਸੀਂ ਹੁਣੇ ਗਏ ਤੇ ਹੁਣੇ ਆਏ। ਹੁਣ ਸਾਨੂੰ ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਜੁਆਇਨ ਕੀਤਾ ਹੈ, ਇਹਨਾਂ ਦਾ ਨਾਮ ਹੈ ਆਨਸਾ ਸ਼ਹਿਜ਼ਾਦੀ ਤੇ ਇਹ ਮਾਹਿਰ ਤਾਲੀਮ ਨੇ ਤੇ ਇਹਦੇ ਨਾਲ ਨਾਲ ਇਹ ਟੀਚਰਸ ਟ੍ਰੇਨਿੰਗ ਨੇ। ਤੁਹਾਨੂੰ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਵਾਂਗੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਕੀ ਹਾਲ ਹੈ ਤੁਹਾਡਾ ਆਨਸਾ? ਅਲਹਮਦੁਲਿਲਾ ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ? ਮੈਂ ਠੀਕ ਠਾਕ, ਸ਼ੁਕਰ ਅੱਲਾ ਦਾ। ਗਰਮੀ कैसी जा रही है? ਗਰਮੀ ਤੇ ਬੜੀ ਐਕਸਟ੍ਰੀਮ ਤੇ ਜਾ ਰਹੀ ਹੈ, ਪਰ ਅੱਲਾ ਦਾ ਸ਼ੁਕਰ ਹੈ ਕੁਝ ਦਿਨਾਂ ਤੋਂ ਮੌਸਮ ਸ਼ਾਮ ਦੇ ਵੇਲੇ ਬੜਾ ਸੁਖਾਨਾ ਹੋ ਜਾਂਦਾ ਹੈ ਤੇ ਪੂਰੇ ਦਿਨ ਦੀ ਥਕਾਵਟ ਉਤਰ ਜਾਂਦੀ ਹੈ। ਅੱਛਾ, ਗਰਮੀਆਂ ਦੀ ਇੱਕ ਹੋਰ ਚੀਜ਼ ਜਿਹੜੀ ਬੜੇ ਮਜ਼ੇ ਦੀ ਨਾ, ਉਹ ਐਵੇਂ ਕਿ ਇਹਦੇ 'ਚ ਫਲ ਬੜੇ ਮਜ਼ੇ ਦੇ ਹੁੰਦੇ ਬੜੇ ਨੇ। ਮਜ਼ੇਦਾਰ ਫਲ। ਤੁਹਾਨੂੰ ਇਹਦੇ 'ਚ ਕਿਹੜਾ ਜਿਹੜਾ ਫਲ ਹੈ ਉਹ ਸਭ ਤੋਂ ਜ਼ਿਆਦਾ ਪਸੰਦ ਹੈ? ਬਾਦਸ਼ਾਹ ਮੈਂਗੋ। ਬਾਦਸ਼ਾਹ ਠੀਕ ਹੈ। ਅੱਛਾ ਆਂਸਾ ਜੀ, ਇਹ ਦੱਸੋ ਕਿ ਬਾਲਾਂ ਦੀ ਤਾਲੀਮ ਦੇ ਬਾਰੇ ਤੇ ਅਸੀਂ ਸੁਣਿਆ ਹੈ ਔਰ ਤਾਲੀਮੇ ਬਾਲਗਾਂ ਦੀ ਟਰਮ ਵੀ ਅਸੀਂ ਸੁਣੀ ਹੈ। ਇਹ ਜਿਹੜੀ ਟਰਮ ਹੈ ਨਾ ਉਸਤਾਦਾਂ ਨੂੰ ਪੜ੍ਹਾਉਣ ਵਾਲੀ, ਇਹ ਥੋੜੀ ਜਿਹੀ ਨਵੀਂ ਹੈ। ਹਾਂਜੀ ਹਾਂ, ਇਹ ਸਾਡੇ ਵੇਖਣ ਵਾਲਿਆਂ ਨੂੰ ਦੱਸੋ ਕਿ ਟੀਚਰਸ ਟ੍ਰੇਨਿੰਗ ਸਾਡੇ ਨਿਜ਼ਾਮੇ ਤਾਲੀਮ 'ਚ ਵੀ ਥੋੜੀ ਰੀਸੈਂਟ ਹੀ ਆਈ ਹੈ। ਉਸ ਤੋਂ ਪਹਿਲੇ ਤੇ ਅਗਰ ਗਵਰਨਮੈਂਟ ਸਕੂਲਾਂ ਦੀ, ਗਵਰਨਮੈਂਟ ਸੈਕਟਰ ਦੀ ਗੱਲ ਕਰੀਏ ਤੇ ਇੱਕ ਉਸਤਾਦ ਜਾਂਦਾ ਸੀ, ਫਿਰ ਉਹ ਵਡੇਰਾ ਹੋ ਕੇ ਨਿਕਲਦਾ ਸੀ ਤੇ ਉਹ ਕਿੰਨੇ ਹੀ ਨਸਲਾਂ ਬਕਾਇਦਾ ਨੂੰ, ਕੋਰਸ ਹੁੰਦੇ ਸੀ ਇਹਦੇ। ਹਾਂ, ਕਿੰਨੀਆਂ ਨਸਲਾਂ ਨੂੰ ਪੜ੍ਹਾ ਕੇ ਤੇ ਫਿਰ ਉਹ ਰਿਟਾਇਰ ਹੋ ਜਾਂਦਾ ਸੀ, ਲੇਕਿਨ ਉਹਦੀ ਸ਼ਾਇਦ ਵਿੱਚ ਟ੍ਰੇਨਿੰਗ ਕਦੀ ਵੀ ਨਹੀਂ ਆਈ, ਅਪਡੇਟ ਨਹੀਂ ਸੀ ਹੁੰਦਾ ਜਾਂ ਕੋਈ ਵੀ ਸਿਚੁਏਸ਼ਨ ਇੱਕ ਹੋ ਸਕਦੀ। ਇੱਕ ਤੇ ਇਹ ਦੱਸੋ ਕਿ ਕਿਉਂ ਜ਼ਰੂਰੀ ਹੈ ਔਰ ਇਹ ਪਾਕਿਸਤਾਨ 'ਚ ਕਦੋਂ ਇੰਟਰੋਡਿਊਸ ਹੋਈ ਹੈ? ਪਾਕਿਸਤਾਨ 'ਚ ਕਾਫੀ ਅਰਸਾ ਪਹਿਲੇ ਇੰਟਰੋਡਿਊਸ ਹੋ ਚੁੱਕੀ ਸੀ। ਸੀਟੀ ਇੱਕ ਪ੍ਰੋਗਰਾਮ ਹੁੰਦਾ ਸੀ ਜਿਹੜਾ ਤੁਹਾਨੂੰ ਤੁਸੀਂ ਜਦੋਂ ਜੁਆਇਨ ਕਰਨਾ ਹੁੰਦਾ ਸੀ ਕੋਈ ਵੀ ਸਕੂਲ, ਜੀ, ਉਹ ਪ੍ਰਾਈਵੇਟ ਹੋ ਸਕਦਾ ਜਾਂ ਗਵਰਨਮੈਂਟ ਹੋ ਸਕਦਾ। ਗਵਰਨਮੈਂਟ ਵਾਸਤੇ ਖਾਸ ਤੌਰ ਤੇ ਸੀਟੀ ਦਾ ਇੱਕ ਛੋਟਾ ਜਿਹਾ ਕੋਰਸ ਕਰਨਾ ਬੇहद ਜ਼ਰੂਰੀ ਸੀ। ਉਸ ਤੋਂ ਬਾਅਦ ਬੀਐਡ ਤੇ ਐਮਐਡ ਦਾ ਕਨਸੈਪਟ ਸ਼ੁਰੂ ਹੋਇਆ, ਫਿਰ ਇਹਨੂੰ ਹੀ ਅਪਗ੍ਰੇਡ ਕੀਤਾ ਗਿਆ, ਐਮਏ ਐਜੂਕੇਸ਼ਨ ਦੀ ਤਰਫ ਆਏ, ਫਿਰ ਐਮਫਿਲ ਐਜੂਕੇਸ਼ਨ, ਪੀਐਚਡੀ ਤੇ ਹੁਣ ਸਕੂਲ, ਕਿਉਂਕਿ ਬੱਚੇ ਦਿਨ ਬ ਦਿਨ ਐਡਵਾਂਸ ਹੁੰਦੇ ਜਾ ਰਹੇ ਨੇ, ਉਹਦੇ ਨਾਲ ਨਾਲ ਸਾਡਾ ਜਿਹੜਾ ਤਾਲੀਮੀ ਨਿਜ਼ਾਮ ਹੈ ਉਹਦੇ 'ਚ ਬੜੀ ਅਪਗ੍ਰੇਡੇਸ਼ਨ ਹੋਈ। ਠੀਕ, ਕਿਉਂਕਿ ਸਾਡੇ ਵਾਲਦੈਨ ਚਾਹੁੰਦੇ ਨੇ ਕਿ ਸਾਡਾ ਬੱਚਾ ਅੰਗਰੇਜ਼ੀ ਵੀ ਪੜ੍ਹੇ, ਸਾਡਾ ਬੱਚਾ ਪਾਕਿਸਤਾਨੀ ਜਿਹੜੀ ਰਸਮੋ ਰਿਵਾਜ ਨੇ, ਸਕਾਫਤ ਉਹਨੂੰ ਵੀ ਜਾਣੇ। ਤੇ ਉਸ ਸਭ ਨੂੰ ਸਮਝਣ ਲਈ, ਸਭ ਨੂੰ ਜਾਣਨ ਲਈ ਇੱਕ ਟੀਚਰ ਨੂੰ ਆਪਣੇ ਅੰਦਰ ਬਹੁਤ ਸਾਰੀਆਂ ਕੁਆਲਿਟੀਜ਼ ਡਿਵੈਲਪ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਬੜਾ ਜ਼ਰੂਰੀ ਹੈ। ਟੀਚਰਸ ਟ੍ਰੇਨਿੰਗ ਦਾ ਕਨਸੈਪਟ ਪਾਕਿਸਤਾਨ 'ਚ ਕਾਫੀ ਸਾਲਾਂ ਤੋਂ ਇਹ ਰਾਇਜ ਹੈ, ਲੇਕਿਨ ਹੁਣ ਥੋੜਾ ਆਮ ਹੋ ਗਿਆ। ਆਮ ਕਿਵੇਂ ਹੋਇਆ ਕਿ ਪਹਿਲੇ ਹੁੰਦਾ ਸੀ ਸਿਰਫ ਗਵਰਨਮੈਂਟ ਸੈਕਟਰ ਵਿੱਚ ਹੀ ਇੱਕ ਰਿਫਰੈਸ਼ਮੈਂਟ ਦੇ ਕੋਰਸ ਹੁੰਦੇ ਸੀ, ਗਰਮੀਆਂ ਦੀ ਛੁੱਟੀਆਂ ਤੋਂ ਬਾਅਦ ਹੁੰਦੇ ਸੀ ਜਾਂ ਜਦੋਂ ਨਵਾਂ ਸੈਸ਼ਨ ਸ਼ੁਰੂ ਹੁੰਦਾ ਸੀ ਉਦੋਂ ਹੁੰਦੇ ਸੀ। ਲੇਕਿਨ ਪ੍ਰਾਈਵੇਟ ਸੈਕਟਰ ਵਿੱਚ ਸਿਰਫ ਉਹੀ ਬੰਦਾ ਪ੍ਰਾਈਵੇਟ ਸੈਕਟਰ ਚਲਾ ਸਕਦਾ ਸੀ ਜਿਹੜਾ ਕਹਿੰਦਾ ਸੀ ਮੈਨੂੰ ਸਭ ਕੁਝ ਆਉਂਦਾ ਹੈ। ਹੁਣ ਉਹ ਪ੍ਰਾਈਵੇਟ ਸੈਕਟਰ ਜਿਹੜੇ ਨੇ ਉਹ ਆਪਣੇ ਆਪ ਨੂੰ ਜ਼ਿਆਦਾ ਜੇ ਇਫੈਕਟਿਵ ਬਣਾਉਣ ਵਾਸਤੇ, ਆਪਣੇ ਆਪ ਨੂੰ ਐਡਵਾਂਸ ਬਣਾਉਣ ਵਾਸਤੇ, ਆਪਣੇ ਬੱਚਿਆਂ ਨੂੰ ਜਦੀਦ ਟੈਕਨੋਲੋਜੀ ਤੋਂ ਮੁਤਾਰਫ ਕਰਵਾਉਣ ਵਾਸਤੇ ਇਹ ਕੋਰਸਿਸ ਦਾ ਰੁਝਾਨ ਉਹਨਾਂ ਵਿੱਚ ਜ਼ਿਆਦਾ ਹੋ ਗਿਆ ਔਰ ਹੁਣ ਇਸ ਪੂਰਾ ਇੱਕ ਸਬਜੈਕਟ ਬਣ ਗਿਆ, ਇੱਕ ਪੂਰਾ ਪ੍ਰੋਫੈਸ਼ਨ ਬਣ ਗਿਆ। ਹਰ ਹੁਣ ਮਾਰਕੀਟ ਦੇ ਵਿੱਚ ਬੜੇ ਲੋਕ ਜਿਹੜੇ ਨੇ ਐਜ਼ ਆ ਟੀਚਰਸ ਟ੍ਰੇਨਰ ਮੁਤਾਰਫ ਹੋਏ ਨੇ ਤੇ ਉਹਨਾਂ ਨੇ ਬੜੀ ਜਲਦੀ ਆਪਣੀ ਫੀਲਡ ਵਿੱਚ ਬੜਾ ਵੱਡਾ ਨਾਂ ਕਮਾਇਆ, ਕਿਉਂਕਿ ਇਹਦੇ ਵਿੱਚ ਹਲੇ ਸਪੇਸ ਸੀ, ਲੋਕ ਘੱਟ ਸੀ ਤੇ ਸਿੱਖਣ ਵਾਲੇ ਜ਼ਿਆਦਾ ਸਨ। ਤੇ ਉਹਨਾਂ ਲੋਕਾਂ ਨੇ ਆ ਕੇ ਲੋਕਾਂ ਨੂੰ ਸਿਖਾਉਣਾ ਸ਼ੁਰੂ ਕੀਤਾ ਔਰ ਇਹਦੇ ਨਾਲ ਬੜਾ ਫਾਇਦਾ ਹੋਇਆ।
ਇਹ ਤੇ ਹੋ ਗਈ ਪਾਕਿਸਤਾਨ ਦੇ ਵਿੱਚ ਜਰਨੀ ਔਰ ਮੌਜੂਦਾ ਸੂਰਤ ਹਾਲ। ਥੋੜੀ ਜਿਹੀ ਆਪਣੀ ਜਰਨੀ ਵੀ ਸਾਡੇ ਨਾਲ ਸਾਂਝੀ ਕਰੋ ਕਿ ਹਾਊ ਯੂ ਡਿਸਾਈਡਡ ਟੂ ਬੀ ਅ ਟੀਚਰ ਟ੍ਰੇਨਰ। ਟੀਚਰ ਹੀ ਕਿਉਂ ਨਹੀਂ ਬਣ ਗਏ, ਉਹਨਾਂ ਦੇ ਟ੍ਰੇਨਰ ਹੀ ਕਿਉਂ ਬਣੇ? ਮੈਂ ਸ਼ੁਰੂ ਉਸਤਾਦਾਂ ਦੇ ਉਸਤਾਦ ਨੂੰ ਕਹਿ ਮੈਂ ਸ਼ੁਰੂ ਟੀਚਰ ਤੋਂ ਹੀ ਕੀਤਾ ਸੀ। ਮੈਂ ਟੀਚਰ ਹੀ ਮੈਂ BA ਜਦੋਂ ਕੀਤਾ ਤੇ ਉਸ ਤੋਂ ਬਾਅਦ ਇੱਕ ਥੋੜਾ ਟਾਈਮ ਹੁੰਦਾ ਹੈ ਕਿ ਤੁਸੀਂ ਕੋਈ profession ਚੁਣ ਸਕਦੇ ਹੋ, ਤੇ ਨੇੜੇ ਜਿਹੜਾ ਸਭ ਤੋਂ ਪੈਂਦਾ ਹੈ ਕੁੜੀਆਂ ਨੂੰ ਉਹ ਪੈਂਦਾ ਟੀਚਿੰਗ। ਅੱਛਾ, ਕਿ ਅੱਬੂ ਨੂੰ ਵੀ ਇਜਾਜ਼ਤ ਦੇ ਦਿੱਤੀ ਕਿ ਜਾ ਬੇਟਾ ਪੜ੍ਹਾ ਲੈ, ਕੋਈ ਹਾਂ ਮਸਲਾ ਉਹਦੀ ਵਜ੍ਹਾ ਐਵੇਂ ਕਿ ਟਾਈਮ ਨਾਲ ਗਏ ਤੇ ਟਾਈਮ ਨਾਲ time ਜਿਹੜਾ ਨਾਲ ਨਾ ਵਾਪਸ ਘਰ ਆ ਗਏ। ਤੇ ਵਾਪਸ ਨਾਲੇ ਉਹ ਇੱਕ ਹੁੰਦਾ ਕਿ ਮਹੱਲੇ ਦੇ ਵਿੱਚ ਹੀ ਅਗਰ ਕਿਸੇ ਸਕੂਲ ਵਿੱਚ ਜਾਣਾ ਹੈ ਤੇ ਸਾਨੂੰ ਪਤਾ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ ਜਾਂ ਕਿੱਥੇ ਨਹੀਂ। ਲੜਕੀਆਂ ਵਾਸਤੇ ਇੱਕ ਬੜਾ ਇੱਕ ਸੇਫ ਪਲੇਸ ਜਿਹੜਾ ਸਮਝਿਆ ਜਾਂਦਾ ਹੈ। ਕੋਈ ਵੀ ਪ੍ਰੋਫੈਸ਼ਨ ਹੋਰ ਅਡਾਪਟ ਕਰਨਾ ਹੋਵੇ ਤੇ ਪੇਰੈਂਟਸ ਜਲਦੀ ਅਲਾਉ ਨਹੀਂ ਕਰਦੇ। ਮੈਨੂੰ ਵੀ ਅੱਬੂ ਨੇ ਕਹਿ ਦਿੱਤਾ ਚਲੋ ਠੀਕ ਹੈ ਪੜ੍ਹਾ ਲਓ। ਜਦੋਂ ਮੈਂ ਸਕੂਲ ਗਈ ਪੜ੍ਹਾਉਣਾ ਸ਼ੁਰੂ ਕੀਤਾ, ਮੈਂ ਅਸਿਸਟੈਂਟ ਟੀਚਰ ਦੇ ਤੌਰ ਤੇ ਸ਼ੁਰੂ ਕੀਤਾ, ਪਰ ਮੇਰਾ ਦਿਲ ਨਹੀਂ ਸੀ ਕਿ ਮੈਂ ਟੀਚਿੰਗ ਕਰਾਂ। ਮੇਰਾ ਸ਼ੁਰੂ ਤੋਂ ਹੀ ਸ਼ੀਸ਼ੇ ਅੱਗੇ ਖਲੋ ਕੇ ਬੋਲਣ ਦਾ ਔਰ ਐਵੇਂ ਹੀ ਗੱਲਾਂ ਕਰਨ ਦਾ, ਤਕਰੀਰਾਂ ਕਰਨ ਦਾ ਸ਼ੌਕ ਸੀ। ਜਦੋਂ ਮੈਂ ਟੀਚਿੰਗ ਸਟਾਰਟ ਕੀਤੀ ਐਜ਼ ਅਸਿਸਟੈਂਟ ਟੀਚਰ ਤੋਂ ਸ਼ੁਰੂ ਕੀਤਾ ਤੇ 8 ਸਾਲ ਮੈਂ ਉਸ ਸਕੂਲ ਦੇ ਵਿੱਚ ਕੰਮ ਕੀਤਾ। ਮੈਂ ਐਜ਼ ਅ ਵਾਈਸ ਪ੍ਰਿੰਸੀਪਲ ਉਸ ਸਕੂਲ ਤੋਂ ਛੱਡਿਆ। ਅੱਛਾ, ਉਹ ਇੱਕੋ ਹੀ ਸਕੂਲ ਵਿੱਚ। ਉੱਥੇ ਮੈਨੂੰ ਸਿੱਖਣ ਨੂੰ ਬੜਾ ਕੁਝ ਮਿਲਿਆ, ਕਿਉਂਕਿ ਅਸੀਂ ਨਵੀਂ ਚੀਜ਼ਾਂ, ਜਦੋਂ ਵੀ ਕਿਤਾਬ ਕੋਈ ਆਉਂਦੀ ਸੀ ਸਾਨੂੰ ਪਹਿਲੇ ਟਾਈਮ ਦਿੱਤਾ ਜਾਂਦਾ ਸੀ ਕਿਤਾਬ ਨੂੰ ਪੜ੍ਹੋ, ਫਿਰ ਉਸ ਕਿਤਾਬ ਨੂੰ ਕਿਵੇਂ ਪੜ੍ਹਾਉਣਾ ਹੈ ਉਹ ਵੀ ਸਿੱਖੋ, ਫਿਰ ਜਿਹੜੀ ਨਾਲ ਟੀਚਰ ਗਾਈਡ ਮਿਲੀ ਉਹਨੂੰ ਵੀ ਸਮਝੋ। ਮੈਨੂੰ ਇਹ ਚੀਜ਼ਾਂ ਬੜੀਆਂ ਮਜ਼ੇਦਾਰ ਲੱਗਣੀਆਂ ਸ਼ੁਰੂ ਹੋ ਗਈਆਂ। ਫਿਰ ਮੈਂ B.Ed ਕੀਤਾ, ਫਿਰ M.Ed ਕੀਤਾ। ਫਿਰ ਸਾਨੂੰ ਜਿਹੜੇ ਟ੍ਰੇਨਰ ਕਰਵਾਉਣ ਆਉਂਦੇ ਸੀ ਕੋਰਸਿਸ ਉਹ ਸਾਰੇ ਮੇਲ ਹੁੰਦੇ ਸੀ। ਅਸੀਂ ਬੜੇ ਘੱਟ ਕੁਐਸਚਨ ਕਰਨੇ, ਇਹ ਹੈਜ਼ਿਟੇਸ਼ਨ ਫੀਲ ਕਰਨਾ ਕਿ ਇੱਕ ਮੇਲ ਪਰਸਨ ਕੋਲ ਕਿਵੇਂ ਸਵਾਲ ਪੁੱਛੀਏ, ਇਹ ਸਾਰਾ ਗੁੱਸਾ ਨਾ ਕਰ ਜਾਣ ਜਾਂ ਸਾਡੀ ਉਹਨਾਂ ਨਾਲ ਅੱਛੀ ਬੌਂਡਿੰਗ ਨਹੀਂ ਹੁੰਦੀ। 3-4 ਘੰਟੇ ਦਾ ਗੁੱਸਾ ਤੇ ਫੀਮੇਲ ਟੀਚਰਸ ਵੀ ਕਰ ਜ਼ਿਆਦਾ ਜਾਂਦੀਆਂ ਕਰਦੀਆਂ ਮੇਰਾ ਖਿਆਲ। ਨਹੀਂ, ਲੜਕੀਆਂ ਜਿਹੜੀਆਂ ਹੁੰਦੀਆਂ ਨਾ ਜਿਹੜਾ ਪਿੰਡਾਂ 'ਚ ਛੋਟੇ ਘਰਾਂ ਦੇ ਵਿੱਚ ਉੱਠ ਕੇ ਆਈਆਂ ਹੁੰਦੀਆਂ ਨੇ, ਜਾਂ ਉਹਨਾਂ ਨੇ ਯਾਨੀ ਕਿ ਉਹ ਜਿਨ੍ਹਾਂ ਦਾ ਕੌਨਫੀਡੈਂਸ ਥੋੜਾ ਜਿਹਾ ਘੱਟ ਹੁੰਦਾ, ਯਾਨੀ ਜਿਨ੍ਹਾਂ ਨੇ ਸਿਰਫ ਆਪਣਾ ਸਕੂਲ ਤੇ ਘਰ ਹੀ ਵੇਖਿਆ ਹੁੰਦਾ, ਅੱਛਾ, ਉਹਨਾਂ ਦੇ ਸਾਹਮਣੇ ਸਵਾਲ ਕਰਨਾ ਬੜਾ ਮੁਸ਼ਕਲ ਹੁੰਦਾ ਸੀ। ਮੈਂ ਜਦੋਂ ਦੇਖਿਆ ਕਿ ਉਹ ਬਿਲਕੁਲ ਵੀ ਅਸੀਂ ਤੇ ਸਵਾਲ ਕਰ ਹੀ ਨਹੀਂ ਸਕਦੇ। ਇੱਕ ਦੋ ਨੇ ਜਿਹਨੇ ਉੱਠ ਕੇ ਸਵਾਲ ਕਰਨਾ, ਅਸੀਂ ਬਾਅਦ ਚ ਉਹਦੀ ਬਹੁਤ ਹੀ ਕਰਨੀ, ਤੂੰ ਤੇ ਬੜੀਆਂ ਸਵਾਲ ਕਰ ਰਹੀ ਸੀ ਇਹ ਔਰ ਉਹ, ਤੈਨੂੰ ਤੇ ਸਾਰੀ ਸਮਝ ਆ ਰਹੀ ਸੀ। ਫਿਰ ਉਹ ਟਾਈਮ ਆਇਆ ਕਿ ਸਮਝ ਆ ਗਈ ਕਿ ਇਹਦੇ ਵਿੱਚ ਸਿਰਫ ਬੰਦੇ ਹੀ ਬੰਦੇ ਨੇ, ਬੀਬੀਆਂ ਘੱਟ ਨੇ। ਅੱਛਾ, ਅਗਰ ਔਰਤਾਂ ਇਸ ਪ੍ਰੋਫੈਸ਼ਨ ਵਿੱਚ ਆ ਜਾਣਗੀਆਂ ਤੇ ਜਿਹੜੀਆਂ ਸਾਡੇ ਵਰਗੀਆਂ ਹੋਰ ਔਰਤਾਂ ਨੇ ਜਿਹੜੀਆਂ ਬਲਕਿ ਪੜ੍ਹਾਉਣ ਵਾਲੀਆਂ ਬੀਬੀਆਂ ਜ਼ਿਆਦਾ ਨੇ ਐਸ ਕੰਪੇਅਰ ਟੂ ਦ ਮੇਲ ਟੀਚਰਸ। ਜੀ ਬਿਲਕੁਲ। ਅਗਰ ਉਹ ਇਹਨਾਂ ਚੀਜ਼ਾਂ ਨੂੰ ਸਮਝਣ ਸ਼ੁਰੂ ਕਰ ਦੇਣ, ਅਗਰ ਉਹ ਆਸਾਨੀ ਦੇ ਨਾਲ ਕੰਫਰਟੇਬਲ ਜ਼ੋਨ ਵਿੱਚ ਆ ਕੇ ਆਪਣੀਆਂ ਪ੍ਰੋਬਲਮ ਸ਼ੇਅਰ ਕਰਨਾ ਸ਼ੁਰੂ ਕਰ ਦੇਣਗੇ, ਉਹਨਾਂ ਦੇ ਪ੍ਰੋਬਲਮ ਦੇ ਸੋਲੂਸ਼ਨ ਉਹਨਾਂ ਨੂੰ ਆਪਣੀ ਹੀ ਭੈਣ ਕੋਲੋਂ ਮਿਲਣਾ ਸ਼ੁਰੂ ਹੋ ਜਾਣਗੇ, ਤੇ ਉਹ ਕਿੰਨਾ ਆਸਾਨ ਹੋ ਜਾਏਗਾ। ਫਿਰ ਮੈਂ ਕੋਰਸਿਸ ਸ਼ੁਰੂ ਕੀਤੇ, ਮੈਂ ਟੀਚਰਸ ਟ੍ਰੇਨਿੰਗ ਲਈਆਂ ਇਸਲਾਮਾਬਾਦ ਤੋਂ, ਲਾਹੌਰ ਤੋਂ, ਗੁਜਰਾਂਵਾਲਾ ਤੋਂ, ਡਿਫਰੈਂਟ ਸਿਟੀਜ਼ ਤੋਂ। ਆਨਲਾਈਨ ਮੈਂ UK ਦੀਆਂ ਟ੍ਰੇਨਿੰਗਸ ਲਈਆਂ ਜਿਹੜੀਆਂ ਯਾਨੀ ਇੰਗਲਿਸ਼ ਆਕਸਫੋਰਡ ਦੀਆਂ, ਤਾਂ ਕਿ ਇੱਕ ਜੋ ਵੀ ਪਾਕਿਸਤਾਨ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਵੀਕ ਹੁੰਦਾ ਜਾ ਰਿਹਾ ਜਾਂ ਟੀਚਰਸ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਮੈਂ ਕੋਰਸਿਸ ਕੀਤੇ। ਫਿਰ ਅਲਹਮਦੁਲਿਲਾ ਫਿਰ ਮੈਂ ਆਪਣੀ ਕੰਪਨੀ ਸ਼ੁਰੂ ਕੀਤੀ ਤੇ ਉਸ ਕੰਪਨੀ ਨੂੰ ਫਿਰ ਸਿਰਫ ਇਸੇ ਪਰਪਸ ਲਈ ਮੈਂ ਸ਼ੁਰੂ ਕੀਤਾ ਕਿ ਮੈਂ ਜਿੰਨੇ ਵੀ ਛੋਟੇ ਸਕੂਲ ਨੇ, ਪਿੰਡਾਂ 'ਚ ਸਕੂਲ ਨੇ, ਜਿੱਥੇ ਇਹੋ ਜਿਹੀਆਂ ਕੁੜੀਆਂ ਕੰਮ ਕਰਦੀਆਂ ਨੇ ਜਿਨ੍ਹਾਂ ਨੇ ਆਪਣੇ ਘਰ ਨੂੰ ਵੀ ਚਲਾਉਣਾ ਹੁੰਦਾ ਹੈ ਤੇ ਲੇਕਿਨ ਕੌਨਫੀਡੈਂਸ ਦੀ ਕਮੀ ਦੀ ਵਜ੍ਹਾ ਤੋਂ ਉਹ ਕਿਤੇ ਹੋਰ ਅੱਗੇ ਜਾ ਨਹੀਂ ਸਕਦੀਆਂ। ਅੱਛਾ, ਇਹ ਬੜੀ ਖੂਬਸੂਰਤ ਚੀਜ਼ ਤੁਸੀਂ ਮਹਿਸੂਸ ਕੀਤੀ ਤੇ ਤੁਸੀਂ ਉਹਦੇ ਤੇ ਕੰਮ ਕੀਤਾ। ਲੇਕਿਨ ਮੇਰਾ ਸਵਾਲ ਇੱਥੇ ਮੈਂ ਇਹ ਤੁਹਾਡੇ ਕੋਲ ਕਰਦੀ ਚਲਾਂ, ਜ਼ਾਹਰੀ ਗੱਲ ਹੈ ਤੁਸੀਂ ਸਟਾਰਟ ਜਿਹੜਾ ਉਹ ਆਪ ਟੀਚਰ ਦੇ ਨਾਲ ਕੀਤਾ, ਤੇ ਤੁਹਾਨੂੰ ਇਹ ਕਿਉਂ ਚੀਜ਼ ਹੈ ਮਹਿਸੂਸ ਹੋਈ ਕਿ ਬਾਈ ਯੂ ਹੈਵ ਟੂ ਬੀ ਅ ਟੀਚਰ ਟ੍ਰੇਨਰ? ਕੀ ਵਜ੍ਹਾ ਸੀ, ਕਿਹੜੇ ਫੈਕਟਰ ਸੀ? ਤੇ ਇਹ ਤੁਸੀਂ ਦੱਸ ਦਿੱਤਾ ਕਿ ਪਾਕਿਸਤਾਨ ਦੇ ਵਿੱਚ ਇਹ ਚੀਜ਼ ਕਦੋਂ ਦੀ ਆ ਗਈ ਹੈ, ਇਹਦੀ ਓਵਰਆਲ ਕੀ ਜ਼ਰੂਰਤ ਤੁਸੀਂ ਕਿਉਂ ਮਹਿਸੂਸ ਹੋਈ? ਇੱਕ ਟੀਚਰ ਤੇ ਇੱਕ ਇਟਸੈਲਫ ਇੱਕ ਕੰਪਲੀਟ ਜਿਹੜੇ ਪਰਸਨੈਲਿਟੀ ਹੈ, ਸ਼ਖਸੀਅਤ ਹੈ, ਟੀਚਰ ਟ੍ਰੇਨ ਕਰਨਾ ਇਹ ਕਿਉਂ ਜ਼ਰੂਰੀ ਮਹਿਸੂਸ ਕੀਤਾ? ਜਿਵੇਂ ਸਾਡੇ ਕੋਲ ਬੱਚੇ ਆ ਰਹੇ ਨੇ ਨਾ, ਉਹ ਸਿਰਫ ਸਕੂਲ ਤੇ ਡਿਪੈਂਡ ਨਹੀਂ ਕਰ ਰਹੇ। ਅੱਛਾ, ਹੁਣ ਟੈਕਨੋਲੋਜੀ ਦਾ ਦੌਰ ਹੈ, ਬੱਚੇ ਸਾਡੇ ਤੋਂ ਟੀਚਰ ਤੋਂ ਬਹੁਤਾ ਜਾਣਦੇ ਨੇ। ਉਹ ਪਹਿਲੇ ਨੈਟ ਤੋਂ ਸਰਚ ਕਰਦੇ ਨੇ ਇੱਕ ਚੀਜ਼, ਉਸ ਤੋਂ ਬਾਅਦ ਟੀਚਰ ਕੋਲ ਆ ਕੇ ਪੁੱਛਦੇ ਨੇ ਕਿ ਹਾਂ ਬਈ ਪਤਾ ਚੱਲੇ ਟੀਚਰ ਨੂੰ ਆਂਦਾ ਕਿ ਨਹੀਂ ਆਉਂਦਾ। ਔਰ ਉਹ ਟੀਚਰ ਨੂੰ ਇਮਤਿਹਾਨ ਚ ਪਾਉਂਦੇ ਨੇ। ਹਾਂ, ਅੱਛਾ। ਔਰ ਬੱਚੇ ਐਸਾ ਵਾਲੇ ਨਾ, ਜੇ ਟੀਚਰ ਬੇਸ਼ੱਕ ਕਦੀ ਕੁਝ ਗਲਤ ਵੀ ਕਹਿ ਦੇ ਨਾ ਤਾਂ ਘਰ ਜਾ ਕੇ ਸਭ ਨਾਲ ਲੜੇ ਆਉਂਦਾ ਕਿ ਨਹੀਂ ਮੇਰੀ टीचर ने कहा ये सही है। मेरी छोटी सिस्टर है तो उन्हें जो कभी मैं दसदा ना कि नहीं बेटा ये चीज़ ये नहीं है, तो कहीं नहीं मेरी टीचर ने कहा है। मतलब टीचर का क्या तो बच्चे वैलिड मानते हैं। ਲੇਕਿਨ ਹੁਣ ਜਿਹੜਾ ਕਨਸੈਪਟ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਨਾ, ਇਹ ਵੀ ਕਿ ਸਾਡੇ ਕੋਲ ਬੱਚਿਆਂ ਕੋਲ ਨੌਲੇਜ ਬੜਾ ਜ਼ਿਆਦਾ ਹੋ ਗਿਆ ਜੀ, ਰਿਸੋਰਸਿਸ ਬੜੇ ਜ਼ਿਆਦਾ ਹੋ ਗਏ ਨੇ। ਸਾਡਾ ਜਦੋਂ ਦੌਰ ਸੀ ਸਾਡੇ ਕੋਲ ਇੱਕ ਹੀ ਰਿਸੋਰਸ ਹੁੰਦਾ ਸੀ ਇਨਫੋਰਮੇਸ਼ਨ ਦਾ, ਉਹ ਹੁੰਦੀ ਸੀ ਸਾਡੀ ਉਸਤਾਨੀ, ਔਰ ਟੀਚਰ ਨੇ ਹੀ ਸਾਨੂੰ ਸਿਖਾਉਣਾ ਹੈ, ਸਮਝਾਉਣਾ ਹੈ। ਲੇਕਿਨ ਹੁਣ ਐਜੂਕੇਸ਼ਨ ਦਾ ਸਿਸਟਮ ਲੈਵਲ ਥੋੜਾ ਚੇਂਜ ਹੋ ਗਿਆ, ਬੱਚਿਆਂ ਨੂੰ ਪੜ੍ਹਾਉਣ ਦਾ ਤਰੀਕਾਕਾਰ ਚੇਂਜ ਹੋ ਗਿਆ। ਅਸੀਂ ਇੱਕ ਲੈਸਨ ਲੈਂਦੇ ਹੁੰਦੇ ਸੀ, ਸਾਨੂੰ याद है गवर्नमेंट स्कूल में टीचर कहते थे यहाँ से लेकर यहाँ तक आपने लिख के भी लेके आना है, याद भी करके लेके आना है, होमवर्क भी करना। होमवर्क भी करना।
ਔਰ ਹੁਣ ਬੱਚੇ ਜਿੰਨੀ ਦੇਰ ਤੱਕ ਐਕਟੀਵਿਟੀ ਨਹੀਂ ਕਰਨਗੇ, ਕਿਉਂਕਿ 3 ਟਾਈਪ ਦੇ ਬੱਚੇ ਕਲਾਸ ਵਿੱਚ ਮੌਜੂਦ ਨੇ, ਬਿਲਕੁਲ ਸਾਨੂੰ ਹਰ ਇੱਕ ਬੱਚੇ ਨੂੰ ਜਾ ਕੇ ਕੀਨਲੀ ਅਬਜ਼ਰਵ ਕਰਨਾ ਹੈ, ਉਹਨੂੰ ਸਮਝਣਾ ਹੈ, ਉਹਨੂੰ ਜਾਣਨਾ ਹੈ ਕਿ ਬੱਚਾ ਕਿਵੇਂ ਪੜ੍ਹ ਸਕਦਾ ਹੈ। ਇਹ ਟੀਚਰਸ ਦੀ ਕਿਸ ਤਰ੍ਹਾਂ ਟ੍ਰੇਨਿੰਗ ਕੀਤੀ ਜਾਏ ਕਿ ਅਗਰ ਕੋਈ ਬੱਚਾ ਕਲਾਸ ਦੇ ਵਿੱਚ ਸ਼ਰਾਰਤ ਕਰਦਾ ਹੈ ਤੇ ਉਹਨੂੰ ਇਸ ਤਰ੍ਹਾਂ ਸਨਪ ਨਾ ਕੀਤਾ ਜਾਏ ਕਿ ਉਹ ਮਤਲਬ ਉਹਦਾ ਇਫੈਕਟ ਉਹਦੀ ਪਰਸਨੈਲਿਟੀ ਤੇ ਬਿਲਕੁਲ ਪੜੇ। ਉਹ ਰਿਐਕਸ਼ਨਰੀ ਵੀ ਹੋ ਸਕਦਾ ਬੱਚਾ, ਉਹ ਫਿਰ ਜ਼ਿਆਦਾ ਸ਼ਰਾਰਤਾਂ ਵੀ ਕਰਨ ਲੱਗ ਪੈਂਦਾ ਹਾਂ, ਜਾਂ ਫਿਰ ਉਹ ਕਈ ਦਫਾ ਚੁੱਪ ਵੀ ਕਰ ਜਾਂਦੇ ਬਹੁਤ ਨੇ ਜ਼ਿਆਦਾ ਬੱਚੇ, ਚੁੱਪ ਔਰ ਕਰ ਬਹੁਤ ਜਾਂਦੇ ਜ਼ਿਆਦਾ ਹਮੇ ਖਾਮੋਸ਼। ਨਾ ਅਸੀਂ ਇੱਕ ਮੈਥਡ ਰੱਖਿਆ ਹੈ 2 ਮਿੰਟ ਟਾਕ, ਓਕੇ ਕਿ ਇਹ 2 ਮਿੰਟ ਬੱਚੇ ਨੇ ਗੱਲ ਵੀ ਕਰਨੀ ਹੈ, ਸ਼ਰਾਰਤ ਕਰਨੀ ਹੈ, ਉਹ ਪੂਰਾ ਦਿਨ ਦੇ ਵਿੱਚ 2 ਮਿੰਟ ਉਸ ਬੱਚੇ ਦੇ ਨੇ, ਜੋ ਕਰਨਾ ਚਾਹੁੰਦਾ ਕਰੇ, ਅੱਛਾ ਕਿ ਉਹਦੇ ਅੰਦਰ ਜਿਹੜੀ ਪੜਾਸ ਬਣੀ ਹੈ ਨਾ ਉਹ ਇੱਕ ਵਾਰੀ ਨਿਕਲੇ, ਕਿਉਂਕਿ ਬੱਚੇ ਨੇ ਆਪਣੇ ਅੰਦਰ ਦਾ ਜਿਹੜਾ ਹੁੰਦਾ ਹੈ ਨਾ, ਉਹਦੇ ਅੰਦਰ ਜਿਹੜਾ ਉਹਦਾ ਜੋਸ਼ ਬਚਪਨਾ ਚੜਿਆ, ਵੀ ਹੈ, ਬਚਪਨ ਉਹਦੀ ਹੈ, એનર્ਜੀ ਵੀ ਹੈ। ਹਾਂ ਜੋਸ਼ ਜਿਹੜਾ ਉਹਦਾ ਚੜਿਆ ਹੈ ਨਾ, ਉਹਨੇ ਜ਼ਰੂਰ ਉਹਨੂੰ ਕੱਢਣਾ ਕਿਸੇ ਨਾ ਕਿਸੇ ਤਰੀਕੇ ਤੇ, ਜਾਂ ਤਾਂ ਉਹ ਮਾਰੇਗਾ ਕਿਸੇ ਨੂੰ, ਜਾਂ ਸ਼ੋਰ ਮਚਾਏਗਾ, ਜਾਂ ਕੋਈ ਚੀਜ਼ ਤੋੜੇਗਾ। ਉਹ ਪੂਰੇ ਦਿਨ ਦੇ ਵਿੱਚ ਤੁਸੀਂ 2 ਮਿੰਟ ਦੀ ਟਾਕ ਹੁੰਦਾ ਟਾਈਮ ਰੱਖੋ, ਉਸ 2 ਮਿੰਟ ਦੇ ਵਿੱਚ ਬੱਚੇ ਨੇ ਜੋ ਕਰਨਾ ਉਹ ਕਰੇ। ਲੇਕਿਨ ਜਿਹੜਾ ਸਵਾਲ ਤੁਸੀਂ ਕੀਤਾ ਉਹਦੇ ਵਾਸਤੇ ਅਸੀਂ ਰੱਖਿਆ ਹੈ ਕਿ ਕਲਾਸ ਮੈਨੇਜਮੈਂਟ ਦਾ ਪੂਰਾ ਕੋਰਸ ਸਾਡਾ ਹੁੰਦਾ ਹੈ, ਉਹਦੇ ਵਿੱਚ ਅਸੀਂ ਇੱਕ ਸਟੈਪਸ ਰੱਖੀਏ ਕਿ ਹਰ ਬੱਚੇ ਕੋਲ ਜਾਏਗੀ। ਅੱਛਾ ਠੀਕ ਹੈ, ਉਹ ਟਾਈਮ ਦੇ ਵਿੱਚ ਜਦੋਂ ਟੀਚਰ ਲੈਸਨ ਪੜ੍ਹਾ ਰਹੀ ਹੈ ਤੇ ਉਸ ਟਾਈਮ ਲਾਸਟ ਵਿੱਚ ਇੱਕ ਸਮਰਾਈਜ਼ ਟਾਈਮ ਹੁੰਦਾ ਹੈ, ਜਦੋਂ ਅਸੀਂ ਲੈਸਨ ਪਲਾਨ ਕਰੀਦਾ ਉਹਦੇ ਵਿੱਚ ਇੱਕ ਸਮਰੀ ਦਾ ਟਾਈਮ ਹੁੰਦਾ ਹੈ ਕਿ ਪੂਰੇ ਦਿਨ ਪੂਰਾ ਜਿਹੜਾ ਪੀਰੀਅਡ ਪੜ੍ਹਿਆ ਗਿਆ ਉਹਦੇ ਵਿੱਚ ਸਮਰੀ ਕਰੋ ਕਿ ਹੁਣ ਅਸੀਂ ਕੀ ਕੀ ਪੜ੍ਹਿਆ। ਅੱਛਾ। ਉਹਦੇ 'ਚ ਹਰ ਬੱਚੇ ਨੂੰ ਇੱਕ 5 ਸੈਕਿੰਡ ਦਾ 6 ਸੈਕਿੰਡ ਦਾ ਟਾਈਮ ਦਿੱਤਾ ਗਿਆ ਹੈ ਕਿ ਆਪਣਾ ਕੁਐਸਚਨ ਫਟਾਫਟ ਬੋਲੇ। ਅੱਛਾ, ਕੁਝ ਵੀ ਜੋ ਤੁਹਾਨੂੰ ਲੱਗਦਾ ਉਹ ਪੁੱਛੋ। ਹਾਂ, ਯਾਨੀ ਲੈਸਨ ਦੇ ਮੁਤਾਬਿਕ ਤੁਹਾਨੂੰ ਜੋ ਸਵਾਲ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰੋ। 5 ਸੈਕਿੰਡ ਦਾ ਟਾਈਮ ਹੈ, 5 ਸੈਕਿੰਡ ਵਿੱਚ ਤੁਸੀਂ ਛੋਟਾ ਜਿਹਾ ਸਵਾਲ ਕਰ ਸਕਦੇ ਹੋ, ਕਿਉਂਕਿ ਅਸੀਂ ਟਾਈਮ ਮੈਨੇਜ ਵੀ ਕਰਨਾ ਹੁੰਦਾ ਨਾ ਕਲਾਸ ਦਾ, ਕਿ ਪੀਰੀਅਡ ਦੇ ਵਿੱਚ ਹੀ ਟਾਈਮ ਮੈਨੇਜ ਹੋਵੇ। 5 ਸੈਕਿੰਡ ਦਾ ਟਾਈਮ ਦਿੱਤਾ ਗਿਆ, ਉਹ ਟੀਚਰ ਨੇ ਫਟਾਫਟ ਆਪਣੇ ਕੁਐਸਚਨ ਨੋਟ ਕੀਤੇ, ਐਂਡ ਤੇ ਟੀਚਰ ਕੋਲ ਟਾਈਮ ਹੈ, ਟੀਚਰ ਨੇ ਹਰ ਇੱਕ ਬੱਚੇ ਦੇ ਸਵਾਲ ਦਾ ਜਵਾਬ ਦੇਣਾ। ਔਰ ਉਸ ਟਾਈਮ ਦੇ ਵਿੱਚ, ਕਿਉਂਕਿ ਜਦੋਂ ਕਲਾਸ ਮੈਨੇਜ ਹੋਈ ਹੁੰਦੀ ਹੈ ਨਾ, ਉਹਦੇ 'ਚ ਹਰ ਇੱਕ ਮਿੰਟ ਟਾਈਮ ਤੁਸੀਂ ਲਿਖਿਆ ਹੁੰਦਾ, ਫਿਰ ਕਿਸੇ ਵੀ ਬੱਚੇ ਨੂੰ ਵੀ ਟਾਈਮ ਨਹੀਂ ਮਿਲਦਾ ਕਿ ਕੋਈ ਸ਼ਰਾਰਤਾਂ ਕਰੇ, ਤੇ ਕਿਸੇ ਟੀਚਰ ਨੂੰ ਵੀ ਟਾਈਮ ਨਹੀਂ ਮਿਲਦਾ ਕਿ ਕਿਸੇ ਬੱਚੇ ਨੂੰ ਡਾਂਟ ਡਪਟ ਕਰੇ। ਉਹ ਹਰ ਇੱਕ ਬੰਦਾ ਉਸ ਦੇ ਵਿੱਚ ਇਨਵੋਲਵ ਹੁੰਦਾ ਹੈ। ਪਹਿਲੇ ਹੁੰਦਾ ਇੱਕ ਹੁੰਦਾ ਬ੍ਰੇਨ ਸਟੋਰਮਿੰਗ ਟਾਈਮ ਹੈ, ਤੇ ਉਸ ਟਾਈਮ ਬੱਚਿਆਂ ਦਾ ਉਹਨੇ ਬ੍ਰੇਨ ਸਟੋਰਮ ਕਰਨਾ ਹੈ। ਉਹਨੇ ਅਨਾਉਂਸਮੈਂਟ ਦਾ ਟਾਈਮ ਹੈ, ਅਨਾਉਂਸਮੈਂਟ ਕਰਨੀ ਹੈ। ਉਹਨੇ ਨਏ ਟਾਪਿਕ ਦਾ ਇੰਟਰੋਡਕਸ਼ਨ ਦੇਣਾ ਹੈ, ਉਹਨੇ ਉਸ ਟਾਈਮ ਦੇ ਵਿੱਚ ਦੇਣਾ। ਉਹ ਵਿੱਚੋਂ 1 ਮਿੰਟ ਵੀ ਉੱਤੇ ਜਾਂ ਥੱਲੇ ਨਹੀਂ ਕਰ ਸਕਦੀ, ਉਹ ਇੱਕ ਟਾਈਮ ਫਿਕਸ ਹੈ। ਕਿ ਬੱਚਿਆਂ ਦੇ ਸਵਾਲ ਕਰਨ ਦਾ ਟਾਈਮ ਹੈ, ਉਹ ਵੀ ਫਿਕਸ ਹੈ ਕਿ ਬੱਚਿਆਂ ਨੇ ਇਸ ਟਾਈਮ ਵਿੱਚ ਸਵਾਲ ਕਰਨੇ ਨੇ, ਨਾ ਇਸ ਤੋਂ ਪਹਿਲੇ ਕਰ ਸਕਦੇ ਨਾ ਇਸ ਤੋਂ ਬਾਅਦ ਕਰ ਸਕਦੇ, ਤਾਂ ਕਿ ਕਲਾਸ ਇੱਕ ਮੈਨੇਜ ਰਵੇ। ਸਹੀ। ਔਰ ਜਿਹੜੀ ਬੱਚੇ ਸ਼ਰਾਰਤ ਕਰਦੇ ਨੇ, ਤੇ ਅਸੀਂ ਇਹਦੇ ਵਾਸਤੇ ਵੀ ਰੱਖਿਆ ਹੁੰਦਾ ਕਿ ਟੀचर्स को क्लास से निकलने की इजाज़त नहीं होगी। ਅੱਛਾ ਕਿ ਟੀਚਰਸ ਕਲਾਸ 'ਚ ਰਹਿਣਗੇ ਤੇ ਬੱਚੇ ਸ਼ਰਾਰਤਾਂ ਜਿਹੜੀਆਂ ਹੁੰਦੀਆਂ ਨਾ ਉਹ ਬੱਚੇ ਨੇ ਕਰਨੀਆਂ ਹੀ ਕਰਨੀਆਂ ਨੇ, ਤੇ ਅਸੀਂ ਕਿਉਂ ਉਹਨਾਂ ਨੂੰ ਪੋਜ਼ਿਟਿਵਿਟੀ ਵੱਲ ਲੈ ਜਾਈਏ। ਅਸੀਂ ਉਹਦੇ 'ਚ ਐਕਟੀਵਿਟੀਜ਼ ਰੱਖ ਦਿੰਦੇ ਹਾਂ। ਜਿਹੜੇ ਬੱਚੇ ਨੂੰ ਉਛਲਣ ਦਾ ਸ਼ੌਕ ਹੈ, ਉਹਨੂੰ ਉਛਲਣ ਵਾਲੀ ਕੋਈ ਐਕਟੀਵਿਟੀ, ਉਹਨੂੰ ਕੋਈ ਜੰਪਿੰਗ ਵਾਲੀ ਦੇ ਦਿੱਤੀ। ਕਿਸੇ ਨੂੰ ਹੁੰਦਾ ਦੀਵਾਰਾਂ ਤੇ ਪੇਂਟਿੰਗ ਕਰਨ ਦਾ, ਅਸੀਂ ਉਹਨੂੰ ਪੇਪਰ ਤੇ ਲੈ ਆਈਦਾ ਕਿ ਪੇਂਟਿੰਗ ਕਰੋ। ਕਿਸੇ ਬੱਚੇ ਕੋ ਹੁੰਦਾ ਕਿ ਯਾਨੀ ਆਰਟ ਦਾ ਕੋਈ ਕੰਮ ਕਰੇ, ਉਹਨੂੰ ਆਰਟ ਦਾ ਕੋਈ ਪ੍ਰੋਜੈਕਟ ਦੇ ਦਿੱਤਾ ਜਾਂ ਕੁਝ ਵੀ ਇਸ ਤਰ੍ਹਾਂ ਦਾ। ਤੇ ਜੋ ਵੀ ਹੁੰਦੀਆਂ ਸ਼ਰਾਰਤਾਂ ਨੇ ਉਹਨੂੰ ਅਸੀਂ ਪੋਜ਼ਿਟਿਵਿਟੀ ਤੇ ਲੈ ਕੇ ਸਹੀ, ਮਤਲਬ ਕਿ ਬੱਚੇ ਦੀ ਨਫਸੀਆਤ ਨੂੰ ਸਮਝ ਕੇ, ਉਹਦੀ ਇਨਫਰਾਦੀਅਤ ਨੂੰ ਸਮਝ ਕੇ ਉਸ ਹਿਸਾਬ ਨਾਲ ਬੱਚੇ ਨੂੰ ਡੀਲ ਕਰਨਾ, ਤੇ ਉਹਦੀ ਜਿਹੜੀ ਖੂਬੀ ਹੈ ਉਹਨੂੰ ਮਜ਼ੀਦ ਸਕਿੱਲ ਵਿੱਚ ਬਦਲ ਦੇਣਾ। ਠੀਕ ਹੈ, ਬਹੁਤ ਸ਼ੁਕਰੀਆ ਡਾਕਟਰ ਆਂਸਾ ਸ਼ਹਿਜ਼ਾਦੀ ਪ੍ਰੋਗਰਾਮ ਵਿੱਚ ਆਉਣ ਦਾ। ਇਨਸ਼ਾਅੱਲਾ ਫਿਰ ਤੁਹਾਨੂੰ ਕਿਸੇ ਪ੍ਰੋਗਰਾਮ ਵਿੱਚ ਇਜਾਜ਼ਤ ਬੁਲਾਵਾਂਗੇ, ਤੁਹਾਨੂੰ ਜ਼ਹਿਮਤ ਦਾਂਗੇ। ਆਂਸਾ ਸ਼ਹਿਜ਼ਾਦੀ ਜਾ ਰਹੀਆਂ ਨੇ, ਲੇਕਿਨ ਇਸ ਤੋਂ ਬਾਅਦ ਸਾਡੇ ਪ੍ਰੋਗਰਾਮ ਦਾ ਤੀਜਾ ਸੈਗਮੈਂਟ ਜਿਹੜਾ ਉਹ ਸ਼ੁਰੂ ਹੋਣ ਵਾਲਾ ਹੈ, ਤੇ ਤੁਸੀਂ ਕਿਤੇ ਨਹੀਂ ਜਾਣਾ, ਇੱਥੇ ਹੀ ਰਹਿਣਾ ਸਾਡੇ ਨਾਲ। ਅਸੀਂ ਹੁਣੇ ਗਏ ਤੇ ਹੁਣੇ ਆਏ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਆਪਣੇ ਸੂਫੀ ਸਕਾਲਰ ਦੇ ਨਾਲ। ਸਾਡੀ ਸੂਫੀ ਸਕਾਲਰ ਜਿਹੜੀਆਂ ਉਹ ਇਸ ਟਾਈਮ ਸਾਡੇ ਬਿਲਕੁਲ ਸਾਹਮਣੇ ਬੈਠੀਆਂ। ਤੁਸੀਂ ਜਾਣਦੇ ਹੋ ਕੌਣ ਨੇ? ਡਾਕਟਰ ਸੁਗਰਾ ਸਦਫ ਸਾਹਿਬਾ ਪ੍ਰੋਗਰਾਮ ਵਿੱਚ ਸਾਡੇ ਨਾਲ ਮੌਜੂਦ ਨੇ। ਤੁਹਾਨੂੰ ਜੀ ਆਇਆਂ ਨੂੰ ਕਵਾਂਗੀ। ਜੀ ਬਹੁਤ ਸ਼ੁਕਰੀਆ। ਕੀ ਹਾਲ ਹੈ ਤੁਹਾਡਾ? ਬਿਲਕੁਲ ਠੀਕ। ਅੱਛਾ ਮੈਡਮ, ਤੁਸੀਂ ਆਪ ਹੀ ਦੱਸਦੇ ਚਲੋ ਕਿ ਅੱਜ ਅਸੀਂ ਕਿਹੜੀ ਸੂਫੀ ਬਾਬੇ ਦੀ ਹਯਾਤ ਤੇ ਚਾਤੀ ਪਾਵਾਂਗੇ ਤੇ ਕੀ ਉਹਨਾਂ ਦੀ ਜ਼ਿੰਦਗੀ ਦੇ ਬਾਰੇ 'ਚ ਇਬਤਦਾਈ ਮਾਲੂਮਾਤ ਦਿੰਦੇ ਚਲੋ। ਮੇਰਾ ਖਿਆਲ ਹੈ ਕਿ ਅੱਜ ਜਿਹੜੀ ਅਸੀਂ ਗੱਲ ਕਰਨੀ ਹੈ ਜਿਹੜੇ ਬਾਬੇ ਦੇ ਹਵਾਲੇ ਨਾਲ ਜੀ, ਉਹ ਬੜੀ ਇੱਕ ਅਹਿਮ ਹਸਤੀ ਨੇ, ਇਸ ਲਈ ਕਿ ਲਾਹੌਰ 'ਚ ਆਉਣ ਵਾਲੇ ਸਭ ਤੋਂ ਪਹਿਲੇ ਸੂਫੀ ਨੇ, ਪਹਿਲੇ ਔਰ ਫਿਰ ਪਹਿਲੇ ਮੁਸਲਮਾਨ ਵੀ ਨੇ। ਉਹਨਾਂ ਤੋਂ ਪਹਿਲੇ ਬੜੇ ਬੜੇ ਮੁਫੱਕਰ ਔਰ ਜਿਹੜੇ ਖੋਜੀ ਨੇ ਉਹਨਾਂ ਦੱਸਿਆ ਕਿ ਉਹਨਾਂ ਤੋਂ ਪਹਿਲੇ ਲਾਹੌਰ ਵਿੱਚ ਕੋਈ ਮੁਸਲਮਾਨ ਨਹੀਂ ਸੀ। ਅਸੀਂ ਅੱਜ ਗੱਲ ਕਰਨੀ ਹੈ ਹਜ਼ਰਤ ਇਸਮਾਈਲ ਮੁਹੱਦਿਸ ਲਾਹੌਰੀ ਹੋਰਾਂ ਦੇ ਬਾਰੇ 'ਚ। ਠੀਕ ਹੈ। ਔਰ ਇਹ ਸੈयद ਖਾਨਦਾਨ ਤੋਂ ਤਾਲੁਕ ਰੱਖਦੇ ਸਨ ਔਰ ਬੁਖਾਰਾ ਤੋਂ ਤਾਲੁਕ ਸੀ ਇਹਨਾਂ ਦਾ।
ਔਰ ਉੱਥੇ ਪੈਦਾ ਹੋਏ, ਉੱਥੇ ਹੀ ਇਹਨਾਂ ਨੇ ਤਾਲੀਮ ਹਾਸਿਲ ਕੀਤੀ, ਜ਼ਾਹਿਰੀ ਵੀ ਬਾਤਨੀ ਵੀ। ਕੁਰਾਨ ਨੇ ਪਾਕ ਹਿਫਜ਼ ਕੀਤਾ, ਹਦੀਸਾਂ ਹਿਫਜ਼ ਕੀਤੀਆਂ, ਔਰ ਫਿਰ ਜਦੋਂ ਕਮਾਲ ਹਾਸਿਲ ਕਰ ਲਿਆ ਤੇ ਫਿਰ ਰੱਬ ਨੇ ਇਹਨਾਂ ਨੂੰ ਲਾਹੌਰ ਇਹਨਾਂ ਦੀ ਡਿਊਟੀ ਲੱਗੀ ਔਰ ਲਾਹੌਰ ਤਸ਼ਰੀਫ ਲਿਆਏ। ਤਕਰੀਬਨ ਕੋਈ 396 ਤੋਂ ਲੈ ਕੇ 412 ਦੇ ਦੌਰਾਨ ਦੇ ਅਰਸੇ 'ਚ ਕਿਹਾ ਜਾਂਦਾ ਹੈ ਕਿ ਲਾਹੌਰ ਆਏ ਨੇ, ਔਰ ਜ਼ਿਆਦਾਤਰ ਲੋਕਾਂ ਦਾ ਜਿਹੜਾ ਇਤਫਾਕ ਉਹ 396 ਤੇ ਹੈ। ਮੌਲਾਨਾ ਇਜਾਜ਼ੁਲ ਹਕ ਕਦੂਸੀ ਜਿਹੜੇ ਕਿ ਬੜੇ ਅਹਿਮ ਇਸ ਹਵਾਲੇ ਨਾਲ ਨੇ, ਉਹਨਾਂ ਨੇ ਸੂਫੀਆਂ ਤੇ ਬਹੁਤ ਵੱਡੀਆਂ ਕਿਤਾਬਾਂ ਤਰਤੀਬ ਦਿੱਤੀਆਂ ਨੇ। ਉਹ ਵੀ ਇਹ ਕਹਿੰਦੇ ਨੇ ਕਿ 396 'ਚ ਲਾਹੌਰ ਆਏ ਨੇ। ਔਰ ਇਸੇ ਤਰ੍ਹਾਂ ਔਲੀਆਏ ਲਾਹੌਰ ਇੱਕ ਬਹੁਤ ਵੱਡੀ ਕਿਤਾਬ ਹੈ, ਉਹਦੇ ਮੁਅੱਲਿਫ ਦੇ ਮੁਤਾਬਕ ਵੀ ਲਾਹੌਰ ਵਿੱਚ ਇਹਨਾਂ ਤੋਂ ਪਹਿਲਾਂ ਕੋਈ ਮੁਸਲਮਾਨ ਨਹੀਂ ਸੀ। ਨਾ ਸਿਰਫ ਇਹ ਕਿ ਸੂਫੀ ਜਾਂ ਮੁਬੱਲਿਗ ਜਾਂ ਕੋਈ ਵਲੀ, ਬਲਕਿ ਕੋਈ ਮੁਸਲਮਾਨ ਹੀ ਨਹੀਂ ਸੀ। ਔਰ ਇਹ ਲਾਹੌਰ ਆਉਣ ਵਾਲੇ ਪਹਿਲੇ ਮੁਸਲਮਾਨ ਸਨ। ਫਿਰ ਇੱਥੋਂ ਤੁਸੀਂ ਹਿਸਾਬ ਲਾਓ ਕਿ ਇਹਨਾਂ ਨੂੰ ਕਿਤਨੀਆਂ ਮੁਸ਼ਕਲਾਤ ਦਾ ਉਸ ਵੇਲੇ ਸਾਹਮਣਾ ਕਰਨਾ ਪਿਆ ਹੋਗਾ। ਇੱਕ ਐਸੇ ਮਜ਼ਹਬ ਦੇ ਮੰਨਣ ਵਾਲਿਆਂ ਨੂੰ ਜਿਹੜਾ ਹਜ਼ਾਰਾਂ ਸਾਲ ਪੁਰਾਣਾ ਮਜ਼ਹਬ ਹੈ, ਔਰ ਲੋਕਾਂ ਦੇ ਇਤਕਾਦਾਤ ਬੜੇ ਮਜ਼ਬੂਤ ਹੁੰਦੇ ਨੇ। ਜਿਹੜੇ ਵੀ ਮਜ਼ਹਬ ਦੇ ਲੋਕ ਹੋਣ ਉਹਨਾਂ ਨੂੰ ਫਿਰ ਇੱਕ ਨਵੇਂ ਮਜ਼ਹਬ ਵੱਲ ਲੈ ਕੇ ਆਉਣਾ ਇੱਕ ਇਮਤਿਹਾਨ ਹੁੰਦਾ ਹੈ। ਤੇ ਉਹ ਇੱਕ ਮੇਰਾ ਖਿਆਲ ਹੈ ਕਿ ਰੱਬ ਨੇ ਫਿਰ ਇੱਕ ਐਸੇ ਬੰਦੇ ਨੂੰ ਭੇਜਿਆ ਕਿ ਜਿਹਨੇ ਜਿਹੜਾ ਇਸ ਇਮਤਿਹਾਨ 'ਚ ਪਾਸ ਹੋਇਆ। ਡਾਕਟਰ ਸਾਹਿਬ ਇਸ ਵਲੀ ਬਾਰੇ ਸਾਨੂੰ ਇਸ ਤਰ੍ਹਾਂ ਵੀ ਦੱਸੋ, ਅਸੀਂ ਜਾਣ ਗਏ ਹਾਂ ਕਿ ਉਹ ਬਾਕੀ ਵਲੀਆਂ ਤੋਂ ਸੂਫੀਆਂ ਤੋਂ ਵੱਖ ਕਿਵੇਂ ਬਣਦੇ ਨੇ, ਕਿਉਂਕਿ ਇਹ ਸਵਾਲ ਅਸੀਂ ਅਕਸਰ ਪੁੱਛਦੇ ਹਾਂ ਕਿ ਦੂਸਰਾ ਸੂਫੀ ਜਿਹੜਾ ਹੈ ਉਹਦਾ ਤਰੀਕਾਕਾਰ ਕਿਸ ਤਰ੍ਹਾਂ ਹੈ। ਤੇ ਇਹਨਾਂ ਦਾ ਤੇ ਕਲੀਅਰ ਸਾਨੂੰ ਹੋ ਗਿਆ ਨਾ ਕਿ ਇਸ ਇਲਾਕੇ ਦੇ ਵਿੱਚ ਲਾਹੌਰ ਜਿਹਨੂੰ ਅਸੀਂ ਮੰਨਦੇ ਹਾਂ ਉਹਦੇ ਵਿੱਚ ਕੋਈ ਇਸਲਾਮ ਦੀ ਰੋਸ਼ਨੀ ਨਹੀਂ ਸੀ, ਕੋਈ ਪੌ ਨਹੀਂ ਸੀ ਫੱਟੀ ਔਰ ਕੋਈ ਦੀਵਾ ਨਹੀਂ ਸੀ ਬਲਿਆ ਹਾਲੇ ਤੱਕ। ਇਹ ਜਦੋਂ ਆਏ ਔਰ ਫਿਰ ਜ਼ਾਹਿਰ ਮੁਸ਼ਕਲਾਤ ਵੀ ਹੋਈਆਂ ਹੋਣਗੀਆਂ। ਇਹਨਾਂ ਦਾ ਤਬਲੀਗ ਦਾ ਇੱਕ ਤਾਂ ਤਰੀਕਾ ਔਰ ਫਿਰ ਕਈ ਔਕੜਾਂ ਕਈ ਮੁਸੀਬਤਾਂ ਜਿਹੜੀਆਂ ਇਹਨਾਂ ਨੇ ਝੇਲੀਆਂ ਨੇ ਔਰ ਕਿਤਾਬਾਂ ਦੇ ਵਿੱਚ ਦਰਜ ਨੇ, ਉਹ ਜ਼ਰਾ ਵੇਖਣ ਵਾਲਿਆਂ ਨਾਲ ਸਾਂਝੀਆਂ ਕਰੋ। ਇਹ ਤਕਰੀਬਨ 1000 ਯਾਨੀ 11ਵੀਂ ਸਦੀ ਦਾ ਸ਼ੁਰੂ ਹੋਣਾ ਹੈ। 1000 ਤੋਂ ਲੈ ਕੇ ਤੇ 5 ਦੇ ਦੌਰਾਨ 1005 ਜਾਂ 1004 ਵਿੱਚ ਲਾਹੌਰ ਆਏ ਨੇ। ਔਰ ਉਸ ਵੇਲੇ ਰਾਜਾ ਜੈਪਾਲ ਦੇ ਪੋਤਰੇ ਦੀ ਹਕੂਮਤ ਸੀ ਲਾਹੌਰ ਵਿੱਚ। ਔਰ ਉਹ ਇਹੋ ਹੀ ਵੇਲਾ ਜਦੋਂ ਫਿਰ ਬਾਅਦ 'ਚ 412 ਵਿੱਚ ਮਹਿਮੂਦ ਗਜ਼ਨਵੀ ਲਾਹੌਰ 'ਚ ਆਉਂਦਾ ਹੈ ਤੇ ਲਾਹੌਰ ਨੂੰ ਗਜ਼ਨੀ ਦਾ ਸੂਬਾ ਬਣਾ ਦਿੰਦਾ ਹੈ। ਤੇ ਬੜਾ ਇੱਕ ਅਹਿਮ ਦੌਰ ਸੀ ਲਾਹੌਰ ਦਾ। ਔਰ ਹਰ ਜਿਹੜਾ ਸੂਫੀ ਹੈ ਔਰ ਵਲੀ ਹੈ, ਅਸੀਂ ਇਹ ਦੇਖਦੇ ਹਾਂ ਕਰਾਮਤ, ਅਸੀਂ ਅਕਸਰ ਗੱਲ ਕਰਨੇ ਹਾਂ ਨਾ ਕਰਾਮਤ ਦੀ, ਤੇ ਇਹ ਕਰਾਮਤ ਉਹਨਾਂ ਦੀ ਜ਼ਾਤ ਵਿੱਚ ਵੀ ਕਰਾਮਤ ਰੱਖੀ ਜਾਂਦੀ ਹੈ। ਔਰ ਉਹ ਕਰਾਮਤ ਹੁੰਦੀ ਹੈ ਲੋਕਾਂ ਦੇ ਦਿਲਾਂ ਤੱਕ ਅਪੜਨਾ। ਯਾਨੀ ਤੁਸੀਂ ਦੇਖੋ ਸਾਡੇ ਵਿਚਕਾਰ ਬਹੁਤ ਸਾਰੇ ਲੋਕ ਹੁੰਦੇ ਨੇ, ਉਹਨਾਂ ਕੋਲ ਬੜਾ ਇਲਮ ਹੁੰਦਾ ਹੈ, ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ, ਲੇਕਿਨ ਸੁਣਨ ਵਾਲੇ ਤਵੱਜੋ ਨਹੀਂ ਦਿੰਦੇ। ਸੁਣਨ ਵਾਲਿਆਂ ਨੂੰ ਉਹ ਚੀਜ਼ਾਂ ਜਜ਼ਬ ਹੀ ਨਹੀਂ ਉਹਨਾਂ ਵਿੱਚ ਹੁੰਦੀਆਂ, ਜਾਂ ਉਹ ਕਸ਼ਿਸ਼ ਨਹੀਂ ਮਹਿਸੂਸ ਕਰਦੇ। ਅੱਜ ਦੇ ਦੌਰ 'ਚ ਵੀ ਤੁਸੀਂ ਸਾਡੇ ਦਰਮਿਆਨ ਦੇਖੋ ਬੜੇ ਸਾਰੇ ਆਲਮ ਹੁੰਦੇ ਨੇ, ਸੂਫੀ ਵੀ ਨੇ, ਸਾਰੇ ਨੇਕ ਬੰਦੇ ਤੇ ਹਰ ਦੌਰ 'ਚ ਰਹਿੰਦੇ ਨਾ, ਲੇਕਿਨ ਕਿਤਨੇ ਨੇ ਕਿ ਜਿਹੜੇ ਲੋਕਾਂ ਦੇ ਦਿਲ ਤੱਕ ਅਸਰ ਰੱਖਦੇ ਨੇ। ਤੇ ਇਹਨਾਂ ਨੂੰ ਹਜ਼ਰਤ ਇਸਮਾਈਲ ਮੁਹੱਦਸ ਦੇਲਵੀ ਦੀ ਜਿਹੜੀ ਖਾਸ ਖੂਬੀ ਹੈ ਕਿ ਇਹ ਦਲਾਇਲ ਨਾਲ ਗੱਲ ਕਰਦੇ ਸਨ, ਔਰ ਇਹਨਾਂ ਦੀ ਜਿਹੜਾ ਫਨ ਖਤਾਬਤ ਸੀ ਉਹ ਇਤਨਾ ਕਮਾਲ ਸੀ ਕਿ ਜਦੋਂ ਇਹ ਵਾਜ਼ ਕਰ ਰਹੇ ਹੁੰਦੇ ਸਨ ਨਾ ਤੇ ਇਹਨਾਂ ਦੇ ਇਰਦ ਗਿਰਦ ਮਜਮਾ ਲੱਗ ਜਾਂਦਾ ਸੀ, ਔਰ ਹਜ਼ਾਰਾਂ ਦੀ ਜਿਹੜੀ ਤਾਦਾਦ 'ਚ ਲੋਕ ਇਕੱਠੇ ਹੋ ਜਾਂਦੇ ਸੀ। ਔਰ ਫਿਰ ਇੱਕ ਜਿਸ ਤਰ੍ਹਾਂ ਸਹਿਰ ਕਰਤਾ ਜਾਂਦਾ ਨਾ ਮਜਮੇ ਤੇ ਕਿ ਹਿਲੜਾ ਨਹੀਂ, ਕਿ ਜਿਸ ਤਰ੍ਹਾਂ ਤੁਸੀਂ ਦੇਖੋ ਕਿ ਇੱਕ ਐਸਾ ਖੂਬਸੂਰਤ ਗੱਲਬਾਤ ਹੋ ਰਹੀ ਹੋਵੇ, ਇੱਕ ਐਸਾ ਪ੍ਰੋਗਰਾਮ ਹੋਵੇ ਕਿ ਜਿਹਦੇ ਤੁਹਾਨੂੰ ਭੁੱਖ ਵੀ ਲੱਗੀ ਹੋਵੇ, ਗਰਮੀ ਵੀ ਲੱਗੀ ਹੋਵੇ, ਕੁਝ ਵੀ ਹੋਵੇ, ਲੇਕਿਨ ਤੁਸੀਂ ਪਿੱਛੇ ਨਾ ਹਟੋ ਕਿ ਨਹੀਂ ਮੈਂ ਇਸ ਪ੍ਰੋਗਰਾਮ ਨੂੰ ਨਹੀਂ ਛੱਡ ਸਕਦਾ। ਇਸ ਤਰ੍ਹਾਂ ਇਹਨਾਂ ਦਾ ਸੀ ਕਿ ਇਹਨਾਂ ਦੀ ਫਨੇ ਖਤਾਬਤ, ਫਿਰ ਦਲਾਇਲ ਨਾਲ ਗੱਲ ਕਰਨੀ, ਕਹਾਣੀ ਬਿਆਨ ਕਰਨੀ ਪੂਰੀ। ਇਹ ਨਹੀਂ ਕਿ ਸਿਰਫ ਕਹਿ ਦੇਣਾ ਕਿ ਨੇਕੀ ਕਰੋ, ਸੱਚ ਬੋਲੋ, ਰੱਬ ਤੇ ਈਮਾਨ ਲਾਓ, ਬਲਕਿ ਉਹ ਦਲੀਲ ਨਾਲ ਗੱਲ ਸਾਬਤ ਕਰਨੀ ਕਿ ਇਸਲਾਮ ਦੀਆਂ ਖੂਬੀਆਂ ਕੀ ਨੇ, ਇਸਲਾਮ ਦੇ ਵਿੱਚ ਆਉਣ ਦਾ ਕੀ ਫਾਇਦਾ ਤੁਹਾਨੂੰ, ਔਰ ਜਿਹੜੀ ਇੱਕ ਲੁਕਾਈ ਦੇ ਦਰਮਿਆਨ ਇੱਕ ਬਰਾਬਰੀ ਦੀ, ਮੁਸਾਵਾਤ ਦੀ ਤਾਲੀਮ ਦਿੰਦਾ ਹੈ ਇਸਲਾਮ। ਕਿਉਂਕਿ ਜ਼ਾਤ ਪਾਤ ਦਾ ਤੇ ਤੁਹਾਨੂੰ ਪਤਾ ਹੈ ਕਿ ਬੜਾ ਇਸ ਤੋਂ ਪਹਿਲਾਂ ਲਾਹੌਰ ਵਿੱਚ ਵੀ, ਪੰਜਾਬ ਵਿੱਚ ਵੀ ਇੱਕ ਝਗੜਾ ਸੀ। ਤੇ ਉਹ ਇਹਨਾਂ ਦੀ ਫਨੇ ਖਤਾਬਤ ਔਰ ਇਹਨਾਂ ਦੀ ਜ਼ਬਾਨ 'ਚ ਇਤਨੀ ਤਾਸੀਰ ਸੀ ਕਿ ਜਿਹੜਾ ਬੰਦਾ ਸੁਣਦਾ ਸੀ ਨਾ ਉਹ ਫਿਰ ਸਮਝਦਾ ਸੀ ਕਿ ਮੇਰੇ ਜਿਸ ਤਰ੍ਹਾਂ ਕੋਈ ਬਸ ਹੁਣ ਮੈਂ ਹਟ ਨਹੀਂ ਸਕਦਾ। ਔਰ ਉੱਥੇ ਖੜੇ ਖੜੇ ਲੋਕ ਇਸਲਾਮ ਕਬੂਲ ਕਰ ਲੈਂਦੇ ਸਨ। ਤੇ ਬਿਲਕੁਲ, ਤੇ ਉਹ ਇੱਕ ਮੈਂ ਸਮਝਦੀ ਹਾਂ ਕਿ ਉਹ ਇੱਕ ਬੜੀ ਅਹਿਮ ਖੂਬੀ ਸੀ ਜਿਹਦੇ ਨਾਲ ਇਹਨਾਂ ਨੂੰ ਲੋਕਾਂ ਨਾਲ ਲੜਨਾ ਨਹੀਂ ਪਿਆ। ਯਾਨੀ ਇਹਨਾਂ ਨੇ ਕੋਈ ਲੜ ਕੇ ਲੋਕਾਂ ਨੂੰ ਨਹੀਂ ਕਿਹਾ, ਗੁੱਸੇ ਨਾਲ ਨਹੀਂ ਕਿਹਾ, ਬਦਦੁਆ ਦੇ ਕੇ ਨਹੀਂ ਕਿਹਾ ਕਿ ਤੁਸੀਂ ਅਗਰ ਨਹੀਂ ਕਰੋਗੇ ਤਾਂ ਖੁਦਾ ਤੁਹਾਡੇ ਤੇ ਅਜ਼ਾਬ ਨਾਜ਼ਿਲ ਕਰੇਗਾ ਜਾਂ ਮੈਂ ਨਾਰਾਜ਼ ਹੋ ਜਾਵਾਂਗਾ। ਕਿਉਂਕਿ ਵਲੀ ਨਾਰਾਜ਼ ਹੋ ਜਾਏ ਤਾਂ ਉਹ ਵੀ ਇੱਕ ਵੱਡੀ ਸਜ਼ਾ ਹੁੰਦੀ ਹੈ। ਗੁਫ਼ਤਗੂ ਦੇ ਜ਼ਰੀਏ ਇਸਲਾਮ ਦੀ ਤਰਵੀਜ ਹੋਈ, ਗੁਫ਼ਤਗੂ, ਮੁਕਾਲਮਾ। ਔਰ ਮੁਕਾਲਮਾ ਜਿਹੜਾ ਹੁੰਦਾ ਹੈ, ਤੁਸੀਂ ਆਪ ਹੀ ਗੱਲ ਕੀਤੀ ਗੁਫ਼ਤਗੂ ਦੀ, ਉਹਦੇ ਸਵਾਲ ਜਵਾਬ, ਯਾਨੀ ਲੋਕਾਂ ਨੂੰ ਵੀ ਹੱਕ ਦੇਣਾ ਕਿ ਉਹਨਾਂ ਦੇ ਜ਼ਿਹਨ ਜਿਹੜੇ ਸਵਾਲ ਨੇ
ਜਿਹੜੀਆਂ ਮੁਸ਼ਕਲਾਂ ਨੇ ਉਲਝਣਾਂ ਨੇ ਉਹ ਵੀ ਬਿਆਨ ਕਰਨ ਤੇ ਇਹਨਾਂ ਦਾ ਜਿਹੜਾ ਫਨ ਖਤਾਬਤ ਔਰ ਗੁਫ਼ਤਗੂ ਕਰਨ ਦਾ ਔਰ ਤਾਸੀਰ ਸੀ ਇਹ ਬਾਕੀ ਸੂਫੀਆਂ ਤੇ ਵਲੀਆਂ ਤੋਂ ਬੜੀ ਵੱਖਰੀ ਸੀ। ਅੱਛਾ, ਇਹਨਾਂ ਦੀ ਤਬਲੀਗ ਦੀ ਖਾਸੀਅਤ ਜਾਂ ਇਹਨਾਂ ਦੀ ਇਹ ਕਰਾਮਤ ਸੀ, ਤੁਸੀਂ ਕੀ ਇਹ ਕਹੋਗੇ? ਮੇਰੇ ਹਾਲੇ ਕਿ ਕਰਾਮਤ ਹੀ ਹੁੰਦੀ ਹੈ ਸੂਫੀਆਂ ਤੇ ਵਲੀਆਂ ਦੀ ਜਿਹੜੀ ਹਸਤੀਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਰੱਬ ਕੋਈ ਨਾ ਕੋਈ ਖਾਸ ਕਰਮ ਉਹਨਾਂ ਤੇ ਕਰਦਾ ਹੈ। ਬਿਲਕੁਲ। ਅਸੀਂ ਜਦੋਂ ਕਰਮ ਨੂੰ ਗੱਲ ਕਰਨੇ ਤੇ ਕਰਮ ਨੂੰ ਕਰਾਮਤ ਵੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਜੇ ਲੋਕਾਂ ਤੱਕ ਉਹ ਅੱਪੜ ਸਕਣ, ਕਿਉਂਕਿ ਜਦੋਂ ਤੱਕ ਤੁਸੀਂ ਕਿਸੇ ਦੇ ਬੂਹੇ ਤੇ ਦਸਤਕ ਨਹੀਂ ਦਿਓਗੇ ਬੂਹਾ ਕਿਸ ਨਾਲ ਖੁੱਲੇਗਾ। ਤੇ ਇਹ ਫਿਰ ਸੂਫੀਆਂ ਨੂੰ ਰੱਬ ਦੀ ਤਰਫੋਂ ਇੱਕ ਖਾਸ ਅਤਾ ਹੁੰਦੀ ਹੈ ਹਰ ਸੂਫੀ ਨੂੰ। ਇਹਨਾਂ ਨੂੰ ਇਹ ਅਤਾ ਸੀ ਕਿ ਇਹਨਾਂ ਦੀ ਗੁਫ਼ਤਗੂ 'ਚ ਬੜੀ ਤਾਸੀਰ ਰੱਖੀ ਗਈ, ਖਤਾਬਤ 'ਚ ਤਾਸੀਰ ਰੱਖੀ ਗਈ ਔਰ ਲੋਕ ਜਿਹੜੇ ਨੇ ਇਹਨਾਂ ਦੇ ਦੀਵਾਨੇ ਗਰਵੀਦਾ ਹੁੰਦੇ ਗਏ ਇਹਨਾਂ ਦੀ ਮਿਠਾਸ ਬੋਲੀ ਦੀ ਤੋਂ। ਅੱਛਾ ਡਾਕਟਰ ਸਾਹਿਬ, ਜੁਮੇ ਦੇ ਰੋਜ਼ ਦੇ ਹਵਾਲੇ ਨਾਲ ਵੀ ਇਹਨਾਂ ਦੀ ਜ਼ਿੰਦਗੀ ਵਿੱਚ ਸਾਨੂੰ ਕੁਝ ਨਾ ਕੁਝ ਮਿਲਦਾ ਹੈ ਕਿ ਇੱਕ ਖਾਸ ਜੁੜਤ ਹੈ ਜੁਮੇ ਦੇ ਦਿਨ ਦੀ, ਉਹਦੇ ਬਾਰੇ ਜ਼ਰਾ ਸਾਡੇ ਵੇਖਣ ਵਾਲੇ ਨੂੰ ਦੱਸੋ। ਅੱਛਾ, ਹਜ਼ਰਤ ਇਸਮਾਈਲ ਮੁਹੱਦਸ ਲਾਹੌਰੀ ਜਿਹੜੇ ਨੇ ਜੁਮੇ ਦੇ ਹਵਾਲੇ ਨਾਲ ਇੱਕ ਬੜੀ ਅਹਿਮ ਗੱਲ ਇਹਨਾਂ ਦੇ ਹਵਾਲੇ ਨਾਲ ਦੱਸਣ ਤੋਂ ਪਹਿਲਾਂ ਮੈਂ ਇਹ ਗੱਲ ਦੱਸਾਂ ਕਿ ਜੁਮਾ ਸਾਡੀ ਜਿਹੜੀ ਇਸਲਾਮੀ ਰਵਾਇਤ ਨੇ ਉਹਦੇ ਤੁਸੀਂ ਦੇਖੋ ਹੁਣ ਵੀ ਅੱਜ ਵੀ ਇੱਕ ਬੰਦਾ ਜਿਹੜਾ ਸ਼ਾਇਦ 5 ਵਕਤ ਨਮਾਜ਼ ਨਾ ਪੜ੍ਹਦਾ ਹੋਵੇ ਉਹ ਜੁਮਾ ਜ਼ਰੂਰ ਪੜ੍ਹਦਾ ਹੈ। ਯਾਨੀ ਅਸੀਂ ਇਹ ਸਮਝਦੇ ਹਾਂ ਕਿ ਜੁਮਾ ਇੱਕ ਬੜਾ ਮੁਤਬਰਕ ਦਿਨ ਹੈ ਔਰ ਉਸ ਦਿਨ ਬਾਜਮਾਤ ਨਮਾਜ਼ ਪੜ੍ਹਨਾ ਅਸੀਂ ਸਾਡੇ ਮਰਦ ਜਿਹੜੇ ਨੇ ਖਸੂਸਨ ਬੜੀ ਫਜ਼ੀਲਤ ਹੈ ਇਹਦੇ ਵਿੱਚ। ਤੇ ਹਜ਼ਰਤ ਇਸਮਾਈਲ ਮੁਹੱਦਸ ਦੇ ਜਿਹੜੇ ਨੇ ਲਾਹੌਰੀ ਇਹ ਜਦੋਂ ਖੁਤਬਾ ਦਿੰਦੇ ਸਨ ਨਾ ਜੁਮੇ ਦਾ, ਤੇ ਉਸ ਦੌਰ 'ਚ ਜੁਮਾ ਓਪਨ ਜਗ੍ਹਾ ਤੇ ਹੁੰਦਾ ਸੀ, ਮਸਜਿਦਾਂ 'ਚ ਜਾਂ ਬਰਾਮਦੇ 'ਚ ਜਾਂ ਸੇਨ ਐਸੇ। ਲਾਹੌਰ ਜ਼ਾਹਿਰ ਤੁਸੀਂ 1100 ਸਾਲ ਪਹਿਲਾਂ ਦਾ ਲਾਹੌਰ ਦੇਖੋ ਨਾ ਉਸ ਦੌਰ 'ਚ। ਤੇ ਜਦੋਂ ਉਹ ਜੁਮੇ ਦਾ ਖੁਤਬਾ ਦਿੰਦੇ ਸੀ ਤੇ ਇਹਨਾਂ ਦਾ ਆਗਾਜ਼ ਹੀ ਜੁਮੇ ਤੋਂ ਹੋਇਆ ਸੀ ਤਬਲੀਗ ਦਾ। ਯਾਨੀ ਜਦੋਂ ਪਹਿਲਾ ਜੁਮਾ ਸੀ ਤੇ ਇਹਨਾਂ ਨੇ ਜਦੋਂ ਖੁਤਬਾ ਦਿੱਤਾ ਤੇ ਉਹ ਖੁਤਬਾ ਦੇ ਰਹੇ ਸਨ ਔਰ ਇਹਨਾਂ ਦੀ ਆਵਾਜ਼ ਦੀ ਬੜੀ ऊंचाई और जज्बा और जोश और दलील और खूबसूरती शरीनी कि लोग जड़े ने वो इकट्ठे हो गए उथे और 250 बंदियां ने पहले दिन ही इस्लाम कबूल कर लेता। यानी लोगों नाल जिहड़े इन्हां दा पहला मुकालमा सी वो जुम्मे दे दिन सी। अच्छा, अगले जुम्मे नूं जदों खुतबा आया ते उस दिन फिर लोग आए ते 350 लोगों ने इस्लाम कबूल किया। तीसरे जुम्मे नूं 500 लोगों ने इस्लाम कबूल किया। यानी तुसीं तादाद देखो कि तिन्ना जुम्मा च 1000 ਤੋਂ ਜ਼ਿਆਦਾ ਲੋਕਾਂ ਨੇ ਇਸਲਾਮ ਕਬੂਲ ਕਰ ਲਿਆ। ਬਹੁਤ ਵਧੀਆ ਗੱਲ ਕੀਤੀ ਡਾਕਟਰ ਸਾਹਿਬ। ਅੱਜ ਵੇਲੇ ਦੀ ਵੀ ਘਾਟ ਹੈ ਔਰ ਜਿੰਨਾ ਇਲਮ ਸਾਡੇ ਤੱਕ ਪਹੁੰਚੇ ਇਹਨੂੰ ਵੀ ਅਸੀਂ ਪਹੁੰਚਾਵਾਂਗੇ ਤੇ ਉਹਨੂੰ ਉਸ ਪੱਖੋਂ ਵੀ ਵੇਖਦੇ ਹਾਂ ਤੇ ਗੱਲਾਂ ਤੇ ਢੇਰ ਸਨ ਇਹਨਾਂ ਬਾਰੇ ਹੋਰ ਜਾਣਨ ਦੀਆਂ ਵੀ ਤੁਹਾਡੇ ਕੋਲ ਵੀ ਔਰ ਸਾਡੇ ਕੋਲ ਵੀ ਬੜੇ ਜਿਹੇ ਸਵਾਲ ਸਨ, ਲੇਕਿਨ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਇਹਨਾਂ ਬਾਰੇ ਮਜ਼ੀਦ ਜਾਣਾਂਗੇ। ਜੀ ਨਾਜ਼ਰੀਨ, ਹੁਣ ਵੇਲਾ ਹੋ ਗਿਆ ਇੱਕ ਨਿੱਕੀ ਜੀ ਬ੍ਰੇਕ ਦਾ। ਬ੍ਰੇਕ ਤੇ ਜਾਂਦੇ ਹਾਂ, ਤੁਸੀਂ ਰਹਿਣਾ ਸਾਡੇ ਨਾਲ ਕਿਉਂਕਿ ਬੜਾ ਵਧੀਆ ਪ੍ਰੋਗਰਾਮ ਅੱਗੇ ਵੀ ਚੱਲੇਗਾ, ਜਾਣਾ ਕਿਤੇ ਵੀ ਨਹੀਂ। ਇਹ ਹੁਣੇ ਗਏ ਤੇ ਹੁਣੇ ਆਏ, ਰਹਿਣਾ ਸਾਡੇ ਨਾਲ। ਇਸ ਵਕਤ ਵੀ ਸਾਡੇ ਸਟੂਡੀਓ ਦੇ ਵਿੱਚ ਇੱਕ ਮਹਿਮਾਨ ਮੌਜੂਦ ਨੇ। ਜਿਵੇਂ ਪਹਿਲੇ ਇੱਕ ਫੀਮੇਲ ਜੋ ਸਾਡੀ ਗੈਸਟ ਆਈਆਂ ਸਨ ਜਿਹੜੀਆਂ ਕਿ ਸਾਨੂੰ ਦੱਸ ਰਹੀਆਂ ਸਨ ਕਿ ਉਸਤਾਦਾਂ ਦੀ ਤਾਲੀਮ ਜਿਹੜੀ ਉਹ ਕਿਉਂ ਜ਼ਰੂਰੀ ਹੈ ਔਰ ਉਹਨਾਂ ਨੂੰ ਕਿਵੇਂ ਤਾਲੀਮ ਦਿੱਤੀ ਜਾਂਦੀ ਹੈ, ਇਸੇ ਤਰ੍ਹਾਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੇ ਯੂਨੀਵਰਸਿਟੀ 'ਚ ਬੱਚੇ ਪੜ੍ਹਦੇ ਨੇ ਔਰ ਉਹਨਾਂ 'ਤੇ ਉਮੀਦਾਂ ਵੀ ਜ਼ਿਆਦਾ ਹੁੰਦੀਆਂ ਨੇ, ਉਹਨਾਂ ਦੀ ਤਾਲੀਮ ਦੇ ਬਾਰੇ ਅਸੀਂ ਗੱਲ ਕਰਾਂਗੇ। ਔਰ ਯਕੀਨੀ ਤੌਰ 'ਤੇ ਇੱਕ ਐਜੂਕੇਸ਼ਨਿਸਟ ਸਾਡੇ ਨਾਲ ਮੌਜੂਦ ਨੇ, ਐਜੂਕੇਸ਼ਨਿਸਟ मोहम्मद डॉक्टर ज़करिया ज़ाकिर साहब, वाइस चांसलर यूनिवर्सिटी ऑफ ओकाड़ा। अस्सलाम वालेकुम सर। वालेकुम सलाम। कैसी तबीयत है तुहाडी? मैं ठीक हाँ जी, अल्लाह दा करम है। अच्छा सर, एजुकेशन की गल करिए तो यकीनी तौर पर माजी तो लैके हाल और फिर मुस्तकबिल दे विच भी एजुकेशन एक प्राइमरी चीज़, प्राइमरी सोर्स बनता किसी भी कौम की तरक्की दे विच। तुसीं जदों अपनी जर्नी का आगाज़ वेखदे हो, ਜਦੋਂ ਤੁਸੀਂ ਛੋਟੇ ਸੀ ਔਰ ਪੜ੍ਹਨਾ ਸ਼ੁਰੂ ਕੀਤਾ ਤੇ ਕਈ ਇੱਕ ਸ਼ੋਬੇ ਤੁਹਾਡੇ ਸਾਹਮਣੇ ਵੀ ਆਏ ਹੋਣਗੇ, ਡਾਕਟਰ, ਇੰਜੀਨੀਅਰਿੰਗ ਔਰ ਬੈਂਕਿੰਗ ਔਰ ਸਾਰਾ ਕੁਝ, ਫਿਰ ਤੁਸੀਂ ਐਜੂਕੇਸ਼ਨ ਦੇ ਡਿਪਾਰਟਮੈਂਟ ਦੇ ਵਿੱਚ ਕਿਵੇਂ ਸੋਚਿਆ ਕਿ ਜਾਣਾ ਚਾਹੀਦਾ? ਦੇਖੋ, ਇਹ ਜਿਹੜੇ ਸ਼ੋਬੇ ਨੇ ਨਾ, ਕੋਈ ਵੀ ਸ਼ੋਬਾ ਹੋਵੇ, ਬੁਨਿਆਦੀ ਕੰਮ ਇੱਕ ਹੀ ਹੈ। ਕੰਮ ਕੀ ਹੈ ਕਿ ਕਿਸੇ ਸ਼ਖਸ ਨੇ ਇਸ ਮੁਆਸ਼ਰੇ ਵਾਸਤੇ ਜਿੱਥੇ ਉਹ ਰਹਿੰਦਾ ਹੈ ਉਹਦੇ ਵਾਸਤੇ ਕੋਈ ਕੰਟਰੀਬਿਊਸ਼ਨ ਕਰਨਾ, ਉਹਨੇ ਆਪਣੀ ਬਕਾ ਨੂੰ ਜਸਟੀਫਾਈ ਕਰਨਾ, ਠੀਕ ਹੈ, ਜਵਾਜ਼ ਫਰਾਹਮ ਕਰਨਾ। ਇਸ ਦੁਨੀਆ 'ਚ ਮੈਂ ਕਿਉਂ ਆਇਆ ਸਾਂ, ਠੀਕ ਹੈ, ਹਾਲਾਤ ਬਿਹਤਰ। ਥੋੜੀ ਦੇਰ ਪਹਿਲੇ ਗੱਲ ਹੋਈ ਸੀ ਵਲੀਆਂ ਦੀ, ਮੈਂ ਸਮਝਣਾ ਕਿ ਸਭ ਤੋਂ ਵੱਡਾ ਵਲੀ ਹੋਏ ਜਿਹੜਾ ਲੋਕਾਂ ਦੀ ਖੈਰ ਚਾਹੇ, ਔਰ ਲੋਕਾਂ ਦੀ ਖੈਰ ਜਿਹੜੀ ਹੈ ਉਹ ਸਿਰਫ ਐਜੂਕੇਸ਼ਨ ਵਿੱਚ ਆ ਸਕਦੀ ਹੈ, ਕਿਉਂਕਿ ਇਨਸਾਨਾਂ ਨੂੰ ਜਦੋਂ ਅਸੀਂ ਤਾਲੀਮ ਦਿੰਦੇ ਹਾਂ, ਉਹਨਾਂ ਨੂੰ ਸਿੱਧਾ ਰਸਤਾ ਦਿਖਾਉਂਦੇ ਹਾਂ,
ਉਹਨਾਂ ਨੂੰ ਉਹਨਾਂ ਦੀ ਜ਼ਾਤ ਤੋਂ ਆਸ਼ਨਾ ਕਰਨੇ ਆ, ਮੇਰਾ ਖਿਆਲ ਹੈ ਇਹ ਬਹੁਤ ਵੱਡੀ ਗੱਲ ਹੈ ਔਰ ਸਾਰੇ ਸ਼ੋਬੇ ਹੀ ਇਹ ਕੰਮ ਜੀ ਬਿਲਕੁਲ ਇਸੇ ਤਰ੍ਹਾਂ ਡਾਕਟਰ ਸਾਹਿਬ ਇਹ ਦੱਸਣਾ ਕਿ ਯੂਨੀਵਰਸਿਟੀ ਆਫ ਅਕਾੜਾ ਦੀ ਗੱਲ ਅਗਰ ਅਸੀਂ ਕਰੀਏ ਤੇ ਸਾਡੇ ਕੋਲ ਮੇਨ ਯੂਨੀਵਰਸਿਟੀਆਂ ਜਾਂ ਜ਼ਿਆਦਾਤਰ ਜਿਨ੍ਹਾਂ ਦੀ ਗੱਲ ਹੁੰਦੀ ਜਿਵੇਂ ਪੰਜਾਬ ਯੂਨੀਵਰਸਿਟੀ ਹੋ ਗਈ, ਗਵਰਨਮੈਂਟ ਕਾਲਜ ਯੂਨੀਵਰਸਿਟੀ ਹੋ ਗਈ, ਇਹਨਾਂ ਦਾ ਜ਼ਿਕਰ ਜ਼ਿਆਦਾ ਹੁੰਦਾ ਜੀ। ਯੂਨੀਵਰਸਿਟੀ ਆਫ ਗੁਜਰਾਤ ਗਵਰਨਮੈਂਟ ਦੀ ਯੂਨੀਵਰਸਿਟੀ ਉਹਦਾ ਵੀ ਆਉਂਦਾ ਜੀ। ਅਕਾੜਾ ਦੇ ਹਵਾਲੇ ਨਾਲ ਸਾਡੇ ਕੋਲ ਇਨਫੋਰਮੇਸ਼ਨ ਵੀ ਘੱਟ ਹੈ। ਇੱਕ ਤੇ ਇਹਦੇ ਬਾਰੇ ਦੱਸਣਾ ਕਿ ਤੁਸੀਂ ਕਦੋਂ ਨੂੰ ਜੁਆਇਨ ਕੀਤਾ ਔਰ ਫਿਰ ਇਸ ਯੂਨੀਵਰਸਿਟੀ ਦਾ ਥੋੜਾ ਪਿਛੋਕੜੇ ਦਾ ਮਾਜ਼ੀ ਵੀ। ਠੀਕ ਹੈ, देखो उकाड़ा यूनिवर्सिटी एक सरकारी यूनिवर्सिटी है और मैं तहसीन करांगा हुकूमतां दी कि उन्होंने इस यूनिवर्सिटी का क्याम अमल चलाया। देखो साडा मुआशरा जिहड़ा ना बड़े अरसे तो 100 साल तो असी शहरां दे विच नुमाइशी यूनिवर्सिटियां बनाईयां ते असी समझिया कौम नूं पढ़ा दिता है। ठीक है, ये बड़ी ज़्यादती है। अच्छा। देखो छोटे शहर जिहड़े ने उत्थे गुरबत भी ज़्यादा है, उत्थे आबादी भी ज़्यादा है। हुण अगर उत्थे यूनिवर्सिटियां ना बनाईयां जान तो उत्थों दीयां बच्चियां हर बच्ची लाहौर नहीं आ सकती और ना लाहौर इन्नी पापूलेशन नूं सह ही सकदा। ठीक है, मैं तुहानूं एक छोटी जी गल दसां, 17,000 तो ज़्यादा बच्चे बच्चियां उकाड़ा यूनिवर्सिटी पढ़ रही हैं। अच्छा। 17,000 इन्हां विचों 70% बेटियां ने। अच्छा। और वो जड़ियां ने गरीब घरां दे बच्चे हैं। ठीक है, हुण मैं एक दिन सर्वे किया यूनिवर्सिटी दे विच कि अगर वो उन्हां दे डोर स्टैप दे उन्हां दे करीब यूनिवर्सिटी ना होती हुंदी ते शायद 10% बच्चे भी यूनिवर्सिटी च ना आते। अच्छा। तो मैं समझना कि ये बड़ा काबिल तहसीन अमल है कि असी गुजरात यूनिवर्सिटी बनाई है, सरगोदा च बनाई है, उकाड़ा च बनाई है, साहिवाल च बनाई ताकि बच्चे बच्चियां उत्थों दे मुकामी आके पढ़ लें। और एक बड़े ही बुनियादी हक भी है। और देखो बुनियादी हक के अलावा देखो मैं कहना हुन्ना कि लाहौर नूं लाहौर पंजाब यूनिवर्सिटी ने बनाया, गवर्नमेंट कॉलेज ने बनाया। ये सिर्फ वन वे नहीं हुंदा कि बच्चा आउंदा यूनिवर्सिटी दे विच उत्थों तालीम हासिल करके डिग्री लैके ते जाके नौकरी कर लैंदा है। इन्नी आसान चीज़ नहीं है, इन्नी सिंपल चीज़ नहीं है। यूनिवर्सिटियां शहरां दा कल्चर बदलदियां ने। लंदन कैम्ब्रिज यूनिवर्सिटी ते लंदन स्कूल ऑफ इकनॉमिक्स की वजह दे नाल, बिल्कुल सही, वाशिंगटन जॉर्ज वाशिंगटन यूनिवर्सिटी की वजह, यूनिवर्सिटी की वजह तो है, वो कल्चर बदलदा है। देखो ना मैं एक छोटी जी गल कर उकाड़ा दे और उहदे गिरदो नवाज दे जदों 17,000 बच्चे आके पढ़ते हैं, ये दोबारा अपनियां फैमिलियां जाते हैं, ये लखां लोकां नूं मुतासर करते हैं। देखो साडा उत्थे मेरा सब तो ज़्यादा तालीम ते असी देनी है, डिग्री ते असी देनी है, सब तो ज़्यादा साडा उत्थे जिहड़ा फोकस है और जिहदे ते मेहनत कर रहे उन्हां नूं अच्छा शहरी बनाना। बिल्कुल सही, उन्हां नूं पब्लिक हैल्थ दे बारे च हक भी है, बिल्कुल तुसीं और सही कह रहे हो। उन्हां नूं ये दसना है कि मुकालमा किस तरह करना है। जी सही, लड़ना नहीं। हाँ, गली महल्ले झगड़ा हो जाए, खेत झगड़ा हो जाए तो डांग सोटा नहीं चुकना। एजुकेशनिस्ट जिन्ने भी आंदे रहे उन्हां नाल एक सवाल मैं जरूर करना कि जो तालीम की गल हुंदी है तो हमेशा पेपर किताबां और उन्हां तक ही रह जाता है। एक हिस्सा स्पोर्ट्स का है, बहुत बड़ा हिस्सा स्पोर्ट्स का। उसकी वजह है कि बच्चा खेडेगा नहीं तो जो ब्रेन सैल ने वही नहीं बनने, दौड़ेगा नहीं, भजेगा नहीं, मैं समझ गया, खेडेगा नहीं। ते वो किस तरह तुसी अपनी यूनिवर्सिटी दे विच ए कल्चर डेवलप कीता स्पोर्ट्स दा? तुसी अगर तशरीफ लियाओ सारे जिन्ने भी व्यूअर्स ने जी, मैं 50 एकड़ ते ग्राउंड्स बनाए। ये पूरे रीजन दे विच इन्नियां ग्राउंड्स किसी यूनिवर्सिटी ने 50 एकड़, जिथे पहला मकई बीजी जाती सी, यूनिवर्सिटी की बड़ी लैंड है, 200 एकड़ लैंड है, 50 एकड़ थे। और मैं जान तो उत्थे अपॉइंट होने के बाद सब तो पहला जो डिपार्टमेंट बनाया वो डिपार्टमेंट स्पोर्ट्स साइंस। ठीक है ना जी। देखो अगर ये ए जड़ा ना ये एक्स्ट्रा करिकुलर नहीं है, ये को करिकुलर है, बल्कि मैं समझना कि ये हिस्सा है। देखो आज बड़ा इशू है, यूथ लोग आखते हैं कि जनाब वो हीरोइन पीना शुरू कर देंगे ने बच्चे, सिगरेट पीना शुरू कर देंगे ने, मनशियात दे आदी ने। वो की कर जे तुसी उन्होंने स्पोर्ट्स नहीं देंगे, जे उन्होंने खुली जगह नहीं देंगे, जे उन्होंने मुस्बत जेड़े इन्वायरमेंट नहीं देंगे तो उन्होंने कुछ इहो कुछ ही करना है ना। अगर हुण देखो ये बड़ी बदकिस्मती है, बहुत सारे शहरों में देखो कोई अच्छे स्पोर्ट्स स्टेडियम नहीं है, कोई खुली जगह नहीं, कोई सिक्योर जगह। और ख़ास तौर पर इत्थे मैं अर्ज़ करा
ਖਵਾਤੀਨ ਵਾਸਤੇ ਤੇ ਹੈ ਹੀ ਕੁਝ ਨਹੀਂ, ਅਗਰ ਹੈ ਵੀ ਨੇ ਤੇ ਕਲਚਰ ਹੀ ਨਹੀਂ। तो ਅਸੀਂ ਆਹਿਸਤਾ ਆਹਿਸਤਾ ਕੋਸ਼ਿਸ਼ ਕਰ ਰਹੇ ਹਾਂ ਕਿ ਪਾਕਿਸਤਾਨੀ ਔਰ ਇਸਲਾਮੀ ਰਵਾਇਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜੀ ਬੱਚਿਆਂ ਨੂੰ ਸਪੋਰਟਸ ਤੇ ਲਿਆ ਜਾਏ। ਔਰ ਜ਼ਾਹਿਰ ਹੈ ਉਹਦੇ ਵਿੱਚ ਉਹ ਜਿਹੜਾ ਸਾਡੇ ਇਸਲਾਮੀ ਰਵਾਇਤ ਨੇ ਉਹਨਾਂ ਨੂੰ ਅਸੀਂ ਮੱਦੇਨਜ਼ਰ ਰੱਖਣੇ ਆ, ਉਹ ਸਪੋਰਟਸ ਨਹੀਂ ਹੈ, ਲੇਕਿਨ ਇਹ ਹੈ ਕਿ ਕੋਸ਼ਿਸ਼ ਇਹ ਕਰਨੀ, ਕਿਉਂਕਿ ਦੇਖੋ ਸਪੋਰਟਸ ਦੀ ਯੂਥ ਨੂੰ ਜ਼ਰੂਰਤ ਹੈ। ਕਿਤਾਬਾਂ ਪੜ੍ਹਾ ਕੇ ਅਸੀਂ ਕਿਤਾਬੀ ਕੀੜੇ ਨਹੀਂ ਸਿਰਫ ਬਣਾਣੇ, ਬਲਕਿ ਜਿਸ ਤਰ੍ਹਾਂ ਮੈਂ ਅਰਜ਼ ਕੀਤਾ ਕਿ ਉਹਨਾਂ ਨੂੰ ਮੈਂਟਲੀ ਵੀ ਬੱਚਿਆਂ ਦਾ ਹੈਲਦੀ ਹੋਣਾ ਬਹੁਤ ਜ਼ਰੂਰੀ ਹੈ, ਪਾਵਰਫੁਲ ਇੰਡੀਵਿਜੂਅਲ ਬਣਾਉਣਾ ਤਾਂ ਕਿ ਉਹ ਇਕਨੋਮੀ ਦੇ ਵਿੱਚ ਔਰ ਸੋਸਾਇਟੀ ਦੇ ਵਿੱਚ ਕੰਟਰੀਬਿਊਟ। ਜੀ ਅੱਛਾ ਡਾਕਟਰ ਸਾਹਿਬ, ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਯੂਨੀਵਰਸਿਟੀ ਆਫ ਅਕਾੜਾ ਨੂੰ ਆਇੰਦੇ ਕੁਝ ਸਾਲ ਵਿੱਚ ਮੁਸਤਕਬਲ ਵਿੱਚ ਤੁਸੀਂ ਕਿੱਥੇ ਉਹਨੂੰ ਦੇਖਦੇ ਹੋ? ਦੇਖੋ ਇਹ ਜਿਹੜੀਆਂ ਯੂਨੀਵਰਸਿਟੀਆਂ ਨੇ ਨਾ ਜੀ, ਇਹ ਜਦੋਂ ਇੱਥੇ 17-18 ਹਜ਼ਾਰ ਬੱਚੇ ਆ ਜਾਂਦੇ ਨੇ, ਉਹ ਉਹਦੇ ਵਸਨੀਕ ਤੇ ਮਾਲਕ ਨੇ, ਠੀਕ ਹੈ, ਉਹ ਮੇਰੀ ਵਜ੍ਹਾ ਨਾਲ ਨਹੀਂ ਉੱਤੇ ਜਾਣੀ, ਉਹ ਖੁਦ ਉੱਥੋਂ ਦੀ ਅਸੀਂ ਕਮਿਊਨਿਟੀ ਨੂੰ ਔਨ ਬੋਰਡ ਕੀਤਾ, ਉਹ ਬੱਚੇ ਉਸ ਯੂਨੀਵਰਸਿਟੀ ਨਾਲ ਪਿਆਰ ਕਰਦੇ ਨੇ ਔਰ ਇਨਸ਼ਾਅੱਲਾ ਇੱਕ ਮੈਂ ਇੱਕ ਅਰਜ਼ ਕਰ ਦਿਆਂ, ਮੈਂ ਖੁਦ ਵੀ ਇਹ ਸਮਝਦਾ ਸਾਂ 4-5 ਸਾਲ ਪਹਿਲਾਂ ਕਿ ਇਹ ਜਿਹੜੇ ਪਿੰਡਾਂ ਦੇ ਬੱਚੇ ਨੇ ਇਹ ਸ਼ਾਇਦ ਵੱਡੀਆਂ ਸ਼ਹਿਰਾਂ ਨਾਲੋਂ ਪਿੱਛੇ ਨੇ। ਮੈਂ ਬੜੇ ਦਾਅਵੇ ਨਾਲ ਕਹਿਣਾ, ਔਰ ਇਹਦੇ ਤੇ ਕੋਈ ਵੀ ਰਿਸਰਚ ਕਰਕੇ ਦੇਖ ਲਓ, ਉਹ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਉਨੇ ਹੀ ਮਾਹਿਰ ਨੇ ਜਿਨੇ ਲਾਹੌਰ, ਕਰਾਚੀ, ਇਸਲਾਮਾਬਾਦ ਦੇ ਨੇ। ਇਹ ਹੁਣ ਕੋਵਿਡ ਦੀ ਵਜ੍ਹਾ ਨਾਲ ਯੂਨੀਵਰਸਿਟੀ ਬੰਦ ਹੋਈ ਹੈ, ਮੈਂ ਹੈਰਾਨ ਹੋ ਗਿਆ ਕਿ ਬੱਚਿਆਂ ਨੇ ਇਤਨਾ ਇੰਟੈਲੀਜੈਂਟ ਤਰੀਕੇ ਦੇ ਨਾਲ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਯੂਜ਼ ਕੀਤਾ ਹੈ ਕਿ ਉਹਨਾਂ ਨੇ ਆਪਣਾ ਇੱਕ ਦਿਨ ਵੀ ਜ਼ਾਇਆ ਨਹੀਂ ਹੁੰਦਾ। ਔਰ ਮੈਂ ਹੈਰਾਨ ਹੋ ਗਿਆ ਕਿ ਛੋਟੇ ਜਿਹੜੇ ਬਿਲਕੁਲ ਛੋਟੇ ਪਿੰਡ ਨੇ, ਸਾਈਡ ਤੇ ਨੇ, ਉੱਥੇ ਅਗਰ ਕਿਸੇ ਬੱਚੀ ਕੋਲ ਆਪਣਾ ਫੋਨ ਨਹੀਂ, ਉਹਨੇ ਕਿਸੇ ਹਮਸਾਏ ਕੋਲੋਂ ਲੈ ਕੇ, ਵਾਲਦ ਕੋਲ ਲੈ ਕੇ, ਲੇਕਿਨ ਆਪਣੀ ਪੜ੍ਹਾਈ ਦਾ ਹਰਜ ਨਹੀਂ ਹੋਣ ਦਿੱਤਾ। ਔਰ ਮੈਂ ਸਮਝਣਾ ਇਹ ਪਾਕਿਸਤਾਨ ਵਾਸਤੇ ਇੱਕ ਬਹੁਤ, ਜਿਹਨੂੰ ਕਹਿੰਦੇ ਨੇ, ਇੱਕ ਚਮਕਦਾ ਹੋਇਆ ਇੱਕ ਉਮੀਦ ਦਾ ਇੱਕ ਟਾਵਰ ਹੈ। ਬੜੀਆਂ ਢੇਰ ਮਾਲੂਮਾਤ ਤੁਸੀਂ ਦਿੱਤੀਆਂ ਔਰ ਫਿਊਚਰ ਜਿਹੜਾ ਉਹ ਬ੍ਰਾਈਟ ਸਾਨੂੰ ਨਜ਼ਰ ਆ ਰਿਹਾ ਔਰ ਰੋਸ਼ਨ ਮੁਸਤਕਬਲ ਹੈ, ਔਰ ਖਾਸ ਤੌਰ ਤੇ ਯੂਥ ਦਾ। ਫਿਰ ਕਿਸੇ ਪ੍ਰੋਗਰਾਮ ਵਿੱਚ ਤੁਹਾਨੂੰ ਦਾਵਤ ਦਾਂਗੇ ਔਰ ਮਜ਼ੀਦ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਲੀਮ ਦੇ ਸਾਰੇ ਸਿਲਸਿਲੇ ਦੇ ਹਵਾਲੇ ਨਾਲ ਔਰ ਉਕਾੜਾ ਸ਼ਹਿਰ ਦੇ ਹਵਾਲੇ ਨਾਲ। ਜੀ ਨਾਜ਼ਰੀਨ, ਉਕਾੜੇ ਦੀ ਗੱਲ ਕੀਤੀ, ਯੂਨੀਵਰਸਿਟੀ ਆਫ ਉਕਾੜਾ ਦੀ ਗੱਲ ਕੀਤੀ, ਤੇ ਬੜੀ ਜਿਹੜੀ ਕਹਿ ਲਓ ਕਿ ਠੰਡੀ ਹਵਾ ਆਈ ਹੈ ਉਕਾੜੇ ਵਾਲੇ ਪਾਸਿਓਂ, ਕਿ ਨਾ ਸਿਰਫ ਯੂਨੀਵਰਸਿਟੀ ਆਫ ਉਕਾੜਾ ਉਹ ਸ਼ਹਿਰ ਦੇ ਬੱਚਿਆਂ ਲਈ, ਬਲਕਿ ਆਲੇ ਦੁਆਲੇ ਦੇ ਜਿੰਨੇ ਪਿੰਡ ਨੇ ਉੱਥੋਂ ਦੇ ਬੱਚੇ ਔਰ ਬੱਚੀਆਂ ਵਾਸਤੇ ਤਾਲੀਮ ਦਾ ਇੱਕ ਘਰ ਜਿਹਾ ਉਹਨਾਂ ਨੇ ਪੈਦਾ ਕੀਤਾ, ਤਾਂ ਕਿ ਉੱਥੇ ਉਹ ਇਕੱਠੇ ਹੋਣ, ਕੁਝ ਸਿੱਖਣ, ਕੁਝ ਸਿਖਾਉਣ ਔਰ ਇੱਕ ਕਾਮਯਾਬ ਸ਼ਹਿਰੀ ਬਣ ਕੇ ਉਸ ਯੂਨੀਵਰਸਿਟੀ 'ਚੋਂ ਨਿਕਲਣ। ਇਸੇ ਹੀ ਪੋਜ਼ੀਟਿਵ ਨੋਟ ਤੇ ਸਾਡੇ ਪ੍ਰੋਗਰਾਮ ਦਾ ਵੇਲਾ ਖਤਮ ਹੁੰਦਾ ਜਾਂਦਾ। ਜਾਣ ਤੋਂ ਪਹਿਲੇ ਹਮੇਸ਼ਾ ਜਿਵੇਂ ਇੱਕ ਸ਼ੇਰ ਅਸੀਂ ਸਾਂਝਾ ਕਰਨੇ ਆ, ਫਿਰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਕਿ ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ।